बोले सोने हाल सास श्री अकाल। देश विदेश ਵਿੱਚ ਬੈਠੇ ਸਮੁੱਚੇ ਪੰਜਾਬੀਆਂ ਦਾ ਸਵਾਗਤ ਹੈ ਸਾਡੇ ਸ਼ੋਅ ਪੰਜਾਬ ਦਿਸ ਵੀਕ ਦੇ ਵਿੱਚ। ਪੰਜਾਬ 'ਚ ਇਸ ਹਫਤੇ ਗੁਰਮੀਤ ਰਾਮ ਰਹੀਮ, ਜਿਹਨੂੰ ਭਾਰਤੀ ਮੀਡੀਆ ਨੇ ਗੁਰਮੀਤ ਰਾਮ ਰਹੀਮ ਹਿੰਸਾ ਦਾ ਨਾਮ ਦਿੱਤਾ, ਉਹਦੇ ਉੱਤੇ 28 ਅਗਸਤ 2017 ਨੂੰ ਫੈਸਲਾ ਆ ਚੁੱਕਾ ਹੈ। 20 ਸਾਲ ਦੀ ਕੈਦ ਤੇ 30 ਲੱਖ ਰੁਪਏ ਜੁਰਮਾਨਾ। 2 ਸਾਧਵੀਆਂ ਜਿਹੜੀਆਂ ਉਹਦੇ ਡੇਰੇ 'ਚ ਰਹੀਆਂ, ਉਹਨਾਂ ਦੇ ਯੋਨ ਸ਼ੋਸ਼ਣ ਦਾ, ਜਬਰ ਜਨਾਹ ਦੇ ਕੇਸ ਦੇ ਵਿੱਚ ਤੇ ਧਮਕਾਉਣ ਦੇ ਕੇਸ ਦੇ ਵਿੱਚ ਉਹਨੂੰ ਇਹ ਸਜ਼ਾ ਹੋਈ ਹੈ। ਸਜ਼ਾ ਹੋਣ ਤੋਂ ਬਾਅਦ ਜਿੱਥੇ ਸਾਰੇ ਪੰਜਾਬ ਨਹੀਂ ਬਲਕਿ ਹਰਿਆਣਾ, ਰਾਜਸਥਾਨ, ਦਿੱਲੀ, ਯੂਪੀ ਵਰਗੇ ਸਟੇਟਸ ਦੇ ਵਿੱਚ ਹਿੰਸਾ ਹੋਈ, ਉੱਥੇ ਨਾਲ ਹੀ ਜਿਹੜੀ ਇੱਕ ਕਰਵਟ ਸਿੱਖ ਹਲਕਿਆਂ ਦੇ ਵਿੱਚ ਹੋਈ ਉਹ ਇਹ ਸੀ ਕਿ ਹਰ ਸਿੱਖ ਪ੍ਰਚਾਰਕ ਨੇ ਆਪਣੀ ਪਿੱਠ ਆਪ ਥਪਾਣੀ ਸ਼ੁਰੂ ਕਰ ਦਿੱਤੀ ਕਿ ਇਸ ਲੜਾਈ ਨੂੰ ਇਸ ਅੰਜਾਮ ਤੱਕ ਲਿਜਾਣ ਲਈ ਉਸ ਦਾ ਬੜਾ ਵੱਡਾ ਯੋਗਦਾਨ ਹੈ। ਤੇ ਬੜਾ ਜ਼ਰੂਰੀ ਹੈ ਸੰਗਤ ਦੇ ਕੋਲ ਇਸ ਜਾਣਕਾਰੀ ਦਾ ਹੋਣਾ ਕਿ ਇਸ ਲੜਾਈ ਨੂੰ ਅੰਜਾਮ ਤੱਕ ਲਿਜਾਣ ਦੇ ਵਿੱਚ ਕਿਹਨਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ, ਚਾਹੇ ਉਹ ਜਾਨ ਦੀ ਸੀ, ਚਾਹੇ ਸਮੇਂ ਦੀ ਸੀ, ਜਾਂ ਮਾਨਸਿਕ ਤਸ਼ੱਦਦ ਝੇਲਿਆ, ਜਾਂ ਇਸ ਲੜਾਈ ਨੂੰ ਜਿੱਤਣ ਲਈ ਜਾਂ ਇਸ ਲੜਾਈ ਨੂੰ ਲਾਮਬੰਦ ਕਰਨ ਲਈ ਅਸਲ ਹੀਰੋ ਕੌਣ ਨੇ। ਇੱਕ ਨਾਮ ਜਿਹੜਾ ਸਿੱਖ ਹਲਕਿਆਂ ਦੇ ਵਿੱਚ ਬੜਾ ਹਨੇਰੇ 'ਚ ਗਵਾਚਿਆ ਰਿਹਾ, ਕਿਤੇ ਹੋਇਆ ਸਾਲ 2 ਸਾਲ ਬਾਅਦ ਸੋਸ਼ਲ ਮੀਡੀਆ ਜਾਂ ਕਿਸੇ ਟੀਵੀ ਚੈਨਲ 'ਤੇ ਬੁਲਾ ਕੇ ਉਸ ਗੱਲ ਦੀ ਜਾਣਕਾਰੀ ਲੈ ਕੇ TRP ਹਾਸਲ ਕਰ ਲਈ ਗਈ। ਪਰ ਹਾਲੇ ਤੱਕ ਜਿਹੜੇ ਆਪਣੇ ਆਪ ਨੂੰ ਇਸ ਲੜਾਈ ਦੇ ਵਿੱਚ ਸਭ ਤੋਂ ਵੱਡੇ ਯੋਧੇ ਬਣ ਕੇ ਦਿਖਾ ਰਹੇ ਨੇ, ਉਸ ਦੇ ਪਿੱਛੇ ਉਹ ਲੋਕ ਜਿਹੜੇ ਛੁਪੇ ਰਹਿ ਗਏ ਉਹਨਾਂ ਦੀ ਪਿੱਠ ਪਿੱਛੇ, ਉਹ ਹਾਲੇ ਤੱਕ ਸਾਹਮਣੇ ਨਹੀਂ ਆ ਸਕੇ। ਉਹਨਾਂ ਦੇ ਵਿੱਚ ਇੱਕ ਨਾਮ ਸੀ ਜਿਨ੍ਹਾਂ ਨੇ ਇਸ ਲੜਾਈ ਨੂੰ ਅੰਜਾਮ ਤੱਕ ਲਿਜਾਣ ਲਈ ਹਾਲੇ ਤੱਕ ਲਗਭਗ ਪਿਛਲੇ 10 ਸਾਲਾਂ ਤੋਂ ਮਿਹਨਤ ਕਰ ਰਹੇ ਨੇ, ਬੜਾ ਕੁਝ ਗਵਾਇਆ ਔਰ ਬੜਾ ਮਾਨਸਿਕ ਸਰੀਰਕ ਤਸ਼ੱਦਦ ਝੇਲਿਆ। ਉਹਨਾਂ ਦੇ ਵਿੱਚ ਇੱਕ ਨਾਮ ਹੈ ਸਰਦਾਰ ਗੁਰਦਾਸ ਸਿੰਘ ਤੂਰ, ਜਿਹੜੇ ਕਿ ਸਰਸੇ ਦੇ ਹੀ ਡੇਰਾ ਸਰਸੇ ਦੇ ਗੁਆਂਢ ਵਿੱਚ ਰਹਿਣ ਵਾਲੇ ਨੇ। ਪਹਿਲਾਂ 1996 ਤੋਂ ਲੈ ਕੇ 2002 ਤੱਕ ਡੇਰੇ ਵਿੱਚ ਹੀ ਸਾਧੂ ਬਣ ਕੇ ਰਹੇ। ਉਸ ਤੋਂ ਬਾਅਦ 2002 ਤੋਂ 2007 ਤੱਕ ਡੇਰਾ ਮੁਖੀ ਦੇ ਖਿਲਾਫ ਸਬੂਤ ਇਕੱਠੇ ਕਰਨੇ ਸ਼ੁਰੂ ਕੀਤੇ ਔਰ ਖੁੱਲ੍ਹ ਕੇ 2010 ਤੋਂ ਬਾਅਦ ਉਸ ਦੇ ਖਿਲਾਫ ਲੜਾਈ ਲੜ ਰਹੇ ਨੇ। ਅਸੀਂ ਤੁਹਾਨੂੰ ਬੁਲਾਉਂਦੇ ਅੱਜ ਸਰਦਾਰ ਗੁਰਦਾਸ ਸਿੰਘ ਤੂਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਇਹ ਲੜਾਈ ਅੱਜ ਜਿਸ ਅੰਜਾਮ ਤੱਕ ਪਹੁੰਚੀ ਹੈ, ਜਾਂ ਇਹ ਕਹਿ ਲਈਏ ਵੀ ਜਿਸ ਸਟੇਜ ਦੇ ਉੱਤੇ ਖੜੀ ਹੈ, ਇੱਥੇ ਤੱਕ ਆਉਣ ਤੱਕ ਤੁਸੀਂ ਕੀ ਗਵਾਇਆ ਜਾਂ ਤੁਹਾਡਾ ਇਸ ਲੜਾਈ ਦੇ ਵਿੱਚ ਕੀ ਯੋਗਦਾਨ ਰਿਹਾ? ਵੀਰ ਜੀ, ਇਹ ਤਾਂ ਮੈਂ ਇਹਦੇ 'ਚ ਮੇਰਾ ਕੁਛ ਨਹੀਂ, ਨਾ ਤਾਂ ਮੈਂ ਕਹਿ ਸਕਦਾ ਕਿ ਮੇਰਾ ਕੁਛ ਗਵਾਚਾ ਹੈ, ਨਾ ਮੈਂ ਕਹਿ ਸਕਦਾ ਕਿ ਮੈਂ ਯੋਗਦਾਨ ਆ। ਇਹ ਸੱਚੀ ਪੁੱਛੋ ਤਾਂ ਇਹ ਸੱਚ ਦੀ ਤਾਕਤ, ਜਿਹਨੂੰ ਅਸੀਂ ਸਤਨਾਮ ਕਹਿ ਦਈਏ, ਜਿਹਨੂੰ ਅਸੀਂ ਵਾਹਿਗੁਰੂ ਕਹਿ ਦਈਏ, ਸੋ ਉਹ ਅਸਲ ਪਾਵਰ ਉਹਦੀ ਸੀ ਜਿਹੜੀ ਮੈਨੂੰ ਇਸ ਥਾਂ 'ਤੇ ਲੈ ਕੇ ਗਈ ਆ। ਸੋ ਮੈਂ ਉਹਦਾ ਵਾਹਿਗੁਰੂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਤੁਸੀਂ ਡੇਰਾ ਮੁਖੀ ਦੇ ਖਿਲਾਫ ਚੱਲ ਰਹੇ ਇੱਕ ਤਾਂ ਜਿਹੜੇ ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਕੇਸ ਦੇ ਵਿੱਚ ਗਵਾਹ, ਇਸ ਤੋਂ ਇਲਾਵਾ ਤੁਸੀਂ ਰਾਮਚੰਦਰ ਛਤਰਪਤੀ ਦੇ ਕੇਸ ਦੇ ਵਿੱਚ ਵੀ ਗਵਾਹ। ਹੁਣ ਤੱਕ ਕਿਹੜੇ ਕੇਸ 'ਚ ਤੁਹਾਡੀ ਗਵਾਹੀ ਹੋ ਚੁੱਕੀ ਹੈ, ਜਾਂ ਹੁਣ ਤੱਕ ਕੀ ਸਬੂਤ ਜਿਹੜੇ ਨੇ ਤੁਸੀਂ ਕੋਰਟ ਵਿੱਚ ਸਬਮਿਟ ਕਰ ਚੁੱਕੇ ਹੋ? ਵੀਰ ਜੀ, ਮੈਂ ਇਹਦੇ 'ਚ ਸਿਰਫ ਇੰਨਾ ਕੁ ਕੰਮ ਕੀਤਾ ਕਿ ਜਿਹੜੇ ਤੱਥ ਉਹ ਕੋਰਟਾਂ ਤੱਕ ਪਹੁੰਚਾਉਣ ਦਾ, ਚਾਹੇ ਉਹ ਮੇਰਾ ਕੇਸ ਆ, ਚਾਹੇ ਉਹ ਕਿਸੇ ਹੋਰ ਕੇਸ ਆ, ਜਿੱਥੋਂ ਕਿਤੋਂ ਗੁਰਮੀਤ ਰਾਮ ਰਹੀਮ ਬਚਨ ਦੀ ਆਸ ਰੱਖਦਾ ਸੀ, ਜਿੱਥੋਂ ਕਿਤੋਂ ਝੂਠ ਮਾਰ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀ, ਉਹਨਾਂ ਚੀਜ਼ਾਂ ਦੇ ਤੱਥ ਕੱਢ ਕੇ ਕਿਸੇ ਨਾ ਕਿਸੇ ਰੂਪ ਵਿੱਚ ਮੈਂ ਕੋਰਟ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਕੀਤੀ ਆ। ਨਾਲ ਹੀ ਮੈਂ ਜਦੋਂ ਡੇਰੇ 'ਚ ਸਾਧੂ ਰਹਿੰਦਾ ਸੀ, ਸੋ ਉਹਦੇ ਵਿੱਚ ਉਸ ਟਾਈਮ ਮੈਂ ਦੇਖਿਆ ਕਿ ਜਿਹੜੇ ਕਾਸਟ੍ਰੇਸ਼ਨ ਹੁੰਦਾ ਸੀ, ਜਿਹੜਾ ਗੁਰਮੀਤ ਰਾਮ ਰਹੀਮ ਨੇ ਰਾਮਚੰਦਰ ਛਤਰਪਤੀ ਨੂੰ ਮਾਰਨ ਵਾਸਤੇ ਟ੍ਰੇਨਿੰਗ ਦਿੱਤੀ ਸੀ, ਸੋ ਉਹ ਚੀਜ਼ਾਂ ਨੂੰ ਜੋ ਮੈਂ ਚੀਜ਼ ਆਪਣੇ ਅੱਖੀਂ ਦੇਖਿਆ, ਸੋ ਉਹਨੂੰ ਵੱਧ ਨਾ ਘੱਟ ਇੱਕ ਸ਼ਬਦਾਂ ਨੂੰ ਤੋਲ ਕੇ ਸਿਰਫ ਮੈਂ ਤੁਹਾਨੂੰ ਪਹਿਲੇ ਕੀਤਾ ਕਿ ਨਾਮ ਜਿਹੜਾ ਸੱਤ ਸੀਗਾ ਅਸਲ, ਉਹ ਕੋਰਟਾਂ ਤੱਕ ਪਹੁੰਚਾਇਆ। ਉਹਦੇ ਵਿੱਚ ਜਿਹੜਾ CBI ਕੋਲੇ ਮੇਰੇ ਕਾਸਟ੍ਰੇਸ਼ਨ ਵਾਲੇ ਕੇਸਾਂ ਦੀ ਹੈਗੀ ਆ, ਜਿਹੜੀ ਮੈਂ ਪੂਰੀ ਡਿਟੇਲ ਦਿੱਤੀ, ਪਹਿਲੇ ਬਿਆਨ ਦਿੱਤੇ, ਕਿਉਂਕਿ ਅਜੇ ਉਹ ਚਲਾਨ ਪੇਸ਼ ਨਹੀਂ ਹੋਇਆ, ਉਦੋਂ ਬਾਅਦ ਕੋਰਟ 'ਤੇ ਜਾਣਾ ਹੈ। ਫਿਰ ਤੁਹਾਡੀ ਗਵਾਹੀ ਹੋ ਚੁੱਕੀ ਹੈ ਉਸ ਕੇਸ 'ਚ? ਹਾਂ, CBI ਕੋਲੇ ਮੇਰੀ ਗਵਾਹੀ ਹੋ ਚੁੱਕੀ ਆ। CBI ਕੋਲੋਂ ਮੈਂ ਆਪਣੇ ਕਾਫੀ ਪ੍ਰੂਫ ਦੇ ਚੁੱਕੇ ਹਾਂ, ਜਿਹਦੇ ਕਰਕੇ ਜਿੱਦਾਂ ਜ਼ਮੀਨਾਂ ਦੇ ਕਾਗਜ਼ ਨੇ ਉਹਨਾਂ ਸਾਧੂਆਂ ਦੇ ਨਾਮ 'ਤੇ। ਸੋ ਇਹ ਇੱਥੋਂ ਤੱਕ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਇਹ ਡੇਰੇ ਦੇ ਸਾਡੇ ਸਾਧੂ ਹੀ ਹੈ ਨਹੀਂ। ਸੋ ਉਹਨਾਂ ਵਾਸਤੇ ਪ੍ਰੂਫ ਚਾਹੀਦੇ ਸੀ, ਉਹ ਮੈਂ ਪ੍ਰੂਫ ਇਕੱਠੇ ਕਰਕੇ RTI ਰਾਹੀਂ ਰਜਿਸਟਰੀਆਂ ਇਕੱਠੀਆਂ ਕਰਕੇ ਉਹ ਸਭ ਉਹਨਾਂ ਨੂੰ ਪਹੁੰਚਾਈਆਂ ਨੇ ਜੀ। ਹੁਣ ਤੱਕ ਤੁਹਾਡਾ ਦਾਅਵਾ ਕੀ ਹੈ ਵੀ ਕਿੰਨੇ ਸਾਧੂ ਨੇ ਜਿਹੜੇ ਡੇਰੇ ਦੇ ਅੰਦਰ ਰਹਿਣ ਵਾਲੇ
ਜਿਨ੍ਹਾਂ ਨੂੰ ਹਮੇਸ਼ਾ ਲਈ ਆਪਣੇ ਕੋਲ ਰੱਖਣ ਲਈ ਜਾਂ ਉਹ ਪੱਕੇ ਤੌਰ ਤੇ ਆਪਣੇ ਗੁਲਾਮ ਬਣਾ ਕੇ ਰੱਖਣ ਲਈ ਉਹਨਾਂ ਨੂੰ ਨਪੁੰਸਕ ਕਰ ਦਿੱਤਾ ਗਿਆ। ਤਕਰੀਬਨ ਇਹ 400 ਦੇ ਲਗਭਗ ਦੀ ਜਿਹੜੀ ਲਿਸਟ ਆ, ਔਰ ਉਹਦੇ ਵਿੱਚੋਂ ਅਸੀਂ 166 ਬੰਦਿਆਂ ਨੂੰ ਲਿਸਟ ਦੇ ਚੁੱਕੇ ਹਾਂ। ਉਹਦੇ ਨਾਲ ਕੁਝ ਹੋਰ ਐਡ ਹੋ ਕੀਤੇ ਨੇ, 173 ਦੇ ਏੜ ਬਣ ਗਏ ਆ ਜੀ। ਔਰ ਪਲੱਸ ਜਿਹੜਾ ਜਿੰਨੇ ਇੱਕ ਸਾਧੂ ਦਾ ਅਸੀਂ ਬਿਊਰਾ ਦਿੱਤਾ ਆ ਕਿ ਜਿਹੜੇ ਕ੍ਰਿਮੀਨਲ ਐਕਟੀਵਿਟੀਆਂ ਸੀਗੇ ਅਸੀਂ ਉਹ ਵੀ ਦੇ ਚੁੱਕੇ ਹਾਂ ਜੀ। ਤੁਹਾਨੂੰ ਕੀ ਹੁਣ ਤੱਕ ਕਿੰਨੇ ਜਿਹੜੇ ਆ ਸਾਧੂ ਜਿਹੜੇ ਵਿਕਟਮ ਨੇ ਇਸ ਚੀਜ਼ ਦੇ ਕਾਸਟੇਸ਼ਨ ਦੇ, ਕਿੰਨੇ ਅੱਗੇ ਸਾਹਮਣੇ ਆ ਕੇ ਖੁੱਲ੍ਹ ਕੇ ਜਿਨ੍ਹਾਂ ਨੇ ਕਿਹਾ ਕਿ ਸਾਡੇ ਨਾਲ ਇਹ ਧੱਕਾ ਹੋਇਆ, ਤਾਂ ਉਹ ਉਹਨਾਂ ਦੇ ਵਿੱਚੋਂ ਕਿਸੇ ਦੀ ਕੋਰਟ 'ਚ ਗਵਾਹੀ ਹੋਈ ਹੋਵੇ ਹਾਲੇ ਤੱਕ? ਇਹ ਜੀ ਘਰੋਂ ਮੈਂ ਇਕੱਲਾ ਤੁਰਿਆ ਸੀ, ਉਸ ਤੋਂ ਬਾਅਦ ਹੰਸਰਾਜ ਜਿੱਦਾਂ ਉਹ ਮਿਲਿਆ, ਉਹਨੇ ਸਾਥ ਦਿੱਤਾ। ਮੈਂ ਦਲੇਰੀ ਨੂੰ ਸਲੂਟ ਕਰਦਾ ਕਿ ਜੋ ਉਹਦੇ ਨਾਲ ਹੋਇਆ ਸੀ, ਸੋ ਜੇਕਰ ਉਹ ਦੁਨੀਆ ਸਾਹਮਣੇ ਨਾ ਰੱਖਦਾ ਤੇ ਇਹਦਾ ਇਹ ਪ੍ਰਕਰਨ ਬੰਦ ਨਹੀਂ ਸੀ ਹੋਣਾ, ਔਰ ਇਹ ਚੀਜ਼ਾਂ ਚੱਲਦੀਆਂ ਰਹਿਣੀਆਂ ਸੀ। ਉਹਨਾਂ ਨਾਲ ਤਸੱਦਦ, ਜਿਹੜੇ ਆਉਣ ਵਾਲੇ ਮੁੰਡੇ ਨੇ ਉਹਨਾਂ ਨਾਲ ਤਸੱਦਦ ਹੋਣਾ ਸੀ। ਸੋ ਉਹ ਉਦੋਂ ਬਾਅਦ CBI ਕੋਰਟ ਤੋਂ ਕੇਸ ਜਿੱਤੇ ਵੇ, CBI ਦੇ ਅੱਗੇ ਕਾਫੀ ਸਾਧੂ ਹੋਰ ਅੱਗੇ ਆ ਕੇ ਉਹਨਾਂ ਨੇ ਆਪਣੇ ਬਿਆਨ ਜੱਜ ਸਾਹਮਣੇ ਵੀ ਦਿੱਤੇ ਨੇ, ਤੇ ਕਈ ਹੋਰ ਲਾਈਨ 'ਚ ਨੇ। ਮੈਂ ਉਹਨਾਂ ਦੇ ਬਾਰੇ ਜ਼ਿਕਰ ਨਹੀਂ ਕਰਨਾ ਚਾਹੁੰਦਾ ਹਜੇ, ਕਿਉਂਕਿ ਅੰਡਰ ਇਨਵੈਸਟੀਗੇਸ਼ਨ ਆ, ਸੋ ਉਹਨਾਂ ਤੇ ਅਸਰ ਪਏਗਾ। ਸੋ ਹੋਰ ਵੀ ਜਿਹੜਾ ਕਾਸਟੇਸ਼ਨ ਦਾ ਕੇਸ ਹੈ, ਹਾਂਜੀ, ਤੁਹਾਨੂੰ ਕੀ ਲੱਗਦਾ ਵੀ ਜੇ ਇਹਦੇ ਵਿੱਚ ਇਹ ਦੋਸ਼ੀ ਸਾਬਤ ਹੁੰਦਾ ਅੱਗੇ ਚੱਲ ਕੇ, ਜੀ ਜੀ, ਤਾਂ ਕਾਨੂੰਨ ਦੇ ਵਿੱਚ ਕੀ ਪ੍ਰੋਵੀਜ਼ਨ ਆ ਇਹਦੇ, ਇਹਨਾਂ ਕੇਸਾਂ ਦੇ ਵਿੱਚ ਇਹਨੂੰ ਕਿੰਨੀ ਸਜ਼ਾ ਹੋ ਸਕਦੀ ਹੈ ਅੱਗੇ? ਐਜ਼ ਏ ਜਿਹੜਾ 326 ਤੇ ਕਾਫੀ ਧਾਰਾਂ ਹੋਰ ਨੇ, ਪਰ ਅਸੀਂ ਮੰਗ ਕਰਨਾ ਚਾਹੁੰਦੇ ਹਾਂ ਕੋਰਟ ਦੇ ਅੱਗੇ ਕਿ ਇਹਨੂੰ ਇਹੋ ਜਿਹੀ ਸਜ਼ਾ ਮਿਲੇ ਕਿ ਜੋ ਕਿ ਇਹਦੇ ਵਰਗਾ ਕੋਈ ਹੋਰ ਬਾਬਾ ਕਰਨ ਲੱਗਿਆਂ 10 ਵਾਰੀ ਸੋਚੇ। ਸੋ ਇਹ ਅਸੀਂ ਕੋਸ਼ਿਸ਼ ਆ ਸਾਡੀ, ਇੱਕ ਵਾਰੀ ਇਹਦੇ 'ਚ ਚਲਾਨ ਪੇਸ਼ ਹੋਵੇ, ਫਿਰ ਪ੍ਰੂਵ ਹੋਵੇ, ਫਿਰ ਉਸ ਤੋਂ ਬਾਅਦ ਕੇਸ ਜਿਹੜੇ ਲੜਾਈ ਵਾਸਤੇ ਅਸੀਂ ਲੜਾਂਗੇ ਕਿ ਇਹਦੇ ਵਾਸਤੇ ਸਪੈਸ਼ਲ ਕੋਈ ਇੱਦਾਂ ਦੀ ਹੋਣੀ ਚਾਹੀਦੀ ਹੈ, ਕਿਉਂਕਿ ਗਿਣਤੀ ਬਹੁਤ ਲੰਮੀ ਆ, ਸੇਮ ਸਾਰਿਆਂ ਨਾਲ ਕੀਤਾ ਆ। 326 ਇੱਕ ਵਾਸਤੇ ਆ, ਇਹਦੇ 173 ਵਾਸਤੇ ਵੀ 326 ਲੱਗੇਗੀ ਜੀ। ਸੋ ਉਸ ਤੋਂ ਬਾਅਦ ਜਿਹੜਾ ਕੋਈ ਅਲੱਗ ਤੋਂ ਆ, ਉਹ ਜਿਹੜੇ ਜੱਜ ਸਾਹਿਬ ਨੇ, ਜਿਹੜੇ ਕੇ ਕਾਨਨ ਸਾਹਿਬ ਨੇ ਸਾਡੇ ਹੱਕ 'ਚ ਫੈਸਲਾ ਸੁਣਾਇਆ ਸੀ, ਉਹਨਾਂ ਨੇ ਲਿਖਿਆ ਸੀ ਸਪੈਸ਼ਲ ਲਾਈਨ ਕਿ ਇਹ ਜਿਹੜਾ ਮਾਨਵਤਾ ਦੇ ਵਿਰੁੱਧ ਆ। ਸੋ ਮਾਨਵਤਾ ਦੇ ਜਿਹੜਾ ਵਿਰੁੱਧ ਹੁੰਦਾ, ਕੁਦਰਤ ਦੇ ਨਿਯਮਾਂ ਦੇ ਵਿਰੁੱਧ, ਕੁਦਰਤ ਦੇ ਨਿਯਮਾਂ ਦੇ ਬਿਲਕੁਲ, ਉਹਦੇ ਵਾਸਤੇ ਸਪੈਸ਼ਲ। ਹਾਲਾਂਕਿ ਇਹਦੀ ਤੁਲਨਾ ਕਿਸੇ ਜਬਰ ਜਨਾਹ ਜਾਂ ਬਲਾਤਕਾਰ ਨਾਲ ਵੀ ਨਹੀਂ ਕੀਤੀ ਜਾ ਸਕਦੀ। ਬਿਲਕੁਲ, ਇਹ ਉਸ ਤੋਂ ਵੀ ਸ਼ਾਇਦ ਉੱਪਰ ਦੀ ਜਿਹੜਾ ਕਰਾਇਆ। ਮੈਂ ਬਲਾਤਕਾਰ ਨੂੰ ਛੋਟਾ ਨਹੀਂ ਮੰਨਦਾ, ਬਲਾਤਕਾਰ ਬਹੁਤ ਵੱਡਾ ਗੁਨਾਹ ਆ, ਲੇਕਿਨ ਬਲਾਤਕਾਰ ਵਾਲੀ ਪੀੜਿਤ ਲੜਕੀ ਜੇਕਰ ਚਾਹਵੇ ਉਹ ਦੁਆਰਾ ਕਿਸੇ ਵੱਖਰੀ ਜਗ੍ਹਾ ਤੇ ਜਾ ਕੇ ਉਸ ਮਾਹੌਲ ਤੋਂ ਪਾਸੇ ਜਾ ਕੇ ਬੱਚੇ ਨੂੰ ਜਨਮ ਦੇ ਸਕਦੀ ਆ, ਉਹ ਆਪਣੀ ਨੋਰਮਲ ਲਾਈਫ ਜੀ ਸਕਦੀ ਆ। ਲੇਕਿਨ ਇਹ ਬੰਦੇ ਇਹ ਆਪਣੀ ਨੋਰਮਲ ਲਾਈਫ ਵੀ ਨਹੀਂ ਜੀ ਸਕਦੇ, ਮੈਰਿਜ ਨਹੀਂ ਕਰਾ ਸਕਦੇ। ਟੋਟਲ ਮਾਨਵਤਾ ਦੇ ਵਿਰੁੱਧ ਜੇਕਰ ਕੋਈ ਕੰਮ ਹੈ ਤੇ ਉਹ ਗੁਰਮੀਤ ਰਾਮ ਰਹੀਮ ਨੇ ਇਹ ਕੀਤਾ ਆ। ਬਾਕੀ ਤਸ਼ੱਦਦ ਤਾਂ ਬਹੁਤ ਛੋਟੇ ਆ ਜਿਹੜੇ ਵੀ ਹੋਏ ਆ ਜੀ। ਤੁਸੀਂ ਕਿਹੜੇ ਸੰਨ ਤੋਂ ਲੱਗੇ ਹੋਏ ਹੋ ਇਹਨਾਂ ਦੀ ਕਾਨੂੰਨੀ ਤੌਰ ਤੇ ਪੈਰਵਾਈ ਕਰਨ ਦੇ ਵਿੱਚ? ਮੈਂ ਜੀ 2002 'ਚ ਡੇਰਾ ਛੱਡ ਕੇ ਆਇਆ, ਔਰ 2003 'ਚ ਮੈਰਿਜ ਤੋਂ ਬਾਅਦ ਫਿਰ ਬਹੁਤ ਘੱਟ ਟਾਈਮ ਦਿੱਤਾ, ਲੇਕਿਨ ਉਹਨਾਂ ਦਿਨਾਂ 'ਚ ਅਸੀਂ ਸਟਾਰਟ ਹੋ ਗਏ ਕਿ ਤੱਥ ਲੱਭਣ 'ਚ ਵੀ ਪਹਿਲੇ ਤਾਂ ਆਪਣੇ ਆਪ ਨੂੰ ਸਟਰੋਂਗ ਕਰਨਾ ਸੀ ਕਿ ਇਹ ਗੁਰਮੀਤ ਰਾਮ ਰਹੀਮ ਗਲਤ ਆ। ਸੋ ਉੱਥੋਂ ਨਿਕਲ ਕੇ ਆਏ ਸੀ। ਤੁਹਾਡੀਆਂ ਗਤੀਵਿਧੀਆਂ ਦਾ ਡੇਰੇ ਨੂੰ ਕਦੋਂ ਪਤਾ ਲੱਗਾ? ਇਹ 2010 'ਚ। 2010, ਹਾਂਜੀ। ਉਸ ਤੋਂ ਬਾਅਦ ਸਟ੍ਰਿਕਟ ਹੋ ਗਏ, ਥੋੜ੍ਹਾ ਜਿਹਾ ਵੇਖਣ ਲੱਗ ਗਏ ਵੀ ਕੀ ਹੈ, ਲੇਕਿਨ ਸਮਝ ਨਹੀਂ ਸੀ ਆ ਰਿਹਾ, ਲੇਕਿਨ ਇਹਨਾਂ ਨੂੰ ਪਤਾ ਲੱਗ ਰਿਹਾ ਵੀ ਕੁਝ ਹੋ ਰਿਹਾ ਆ। ਫਿਰ ਜਦੋਂ ਇੱਕ ਡੇਟ ਆਫ ਬਰਥ ਸਰਟੀਫਿਕੇਟ ਤੇ ਐਜੂਕੇਸ਼ਨ ਸਰਟੀਫਿਕੇਟ ਅਸੀਂ ਕਢਵਾਏ, ਸੋ ਉਹਨਾਂ ਦਿਨਾਂ 'ਚ ਇਹਨਾਂ ਨੂੰ ਪਤਾ ਲੱਗਾ, ਔਰ ਪਤਾ ਲੱਗਦੇ ਨਾਲ ਹੀ ਇਹਨਾਂ ਨੇ ਸ਼ਿਵਜੰਟ ਸਿੰਘ, ਜਿਨ੍ਹਾਂ ਨੇ ਮੈਨੂੰ ਦੱਸਿਆ ਸੀਗਾ, ਉਹਦਾ ਕਤਲ ਕਰਵਾਇਆ ਸੀ। ਇਹੋ ਜਿਹਾ ਕੀ ਸੀ ਸਰਟੀਫਿਕੇਟ ਦੇ ਵਿੱਚ? ਕਿਸ ਚੀਜ਼ ਦਾ ਡਰ ਸੀ? ਇਹ ਡਰ ਸੱਚਾਈ ਦਾ ਜੀ, ਕਿਉਂਕਿ ਗੁਰਮੀਤ ਰਾਮ ਰਹੀਮ ਨੇ ਆਪਣੇ ਨਾਮ ਸ਼ਬਦ ਜਿਹੜਾ ਭੋਲੇ ਪਾਲਣ ਦਿੰਦਾ, ਉਹਦੇ 'ਚ ਲਿਖਿਆ ਸਤਪੁਰਖ। ਸੋ ਸਤਪੁਰਖ ਤਾਂ ਨਾ ਰਿਹਾ ਜਦੋਂ ਝੂਠ ਮਾਰਦਾ। ਸੋ ਇਹ ਕਹਿੰਦਾ ਕਿ 15 ਅਗਸਤ ਦਾ ਜਨਮ, ਜਦ ਕਿ ਉਹਦਾ ਜਨਮ 10 ਜੁਲਾਈ 1967 ਦਾ ਆ, ਇਹਦੇ 'ਚ ਲਿਖਿਆ ਹੋਇਆ। ਇਹ ਕਹਿੰਦਾ ਕਿ ਮੇਰਾ ਗੁਰਸਰ ਮੋਡੀਏ ਜਨਮ, ਜਦ ਕਿ ਉਹਦਾ ਜਨਮ ਕਿੱਕਰ ਖੇੜੇ ਦੇ ਨਾਨਕੇ ਪਿੰਡ ਦਾ ਆ। ਸੋ ਸਾਡੀ ਲੜਾਈ ਸੱਚ ਤੇ ਝੂਠ ਦੀ ਸੀ। ਸੋ ਉਹਦੇ ਵਿੱਚ ਜਿਹੜਾ ਇਹਨੇ ਕੀਤਾ ਹੈ ਕਿ ਜਿਹੜਾ ਝੂਠ ਮਾਰਿਆ, ਸੋ ਉਹ ਅਸੀਂ ਜਨ ਤੱਕ ਕਰਨ ਵਾਸਤੇ। ਇੰਨੀ ਗੱਲ ਹੀ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ? ਬਿਲਕੁਲ ਬਿਲਕੁਲ, ਕਿਉਂਕਿ ਇਹ ਬਹੁਤ ਵੱਡੀ ਗੱਲ ਹੈ ਜੀ ਕਿ ਗੁਰਮੀਤ ਰਾਮ ਰਹੀਮ ਆਪਣੇ ਆਪ ਨੂੰ ਰੱਬ, ਕੁੱਲ ਮਾਲਕ, ਦੋਨਾਂ ਜਹਾਨਾਂ ਦਾ ਮਾਲਕ, ਅੱਜ ਕੱਲ੍ਹ ਤਾਂ ਤਿੰਨਾਂ ਦਾ ਬਣ ਗਿਆ ਵੈਸੇ, ਪਹਿਲੇ ਦੋਨਾਂ ਜਹਾਨਾਂ ਦਾ ਮਾਲਕ ਕਹਿੰਦੇ ਜੀ। ਤੀਜਾ ਜਹਾਨ ਸ਼ਾਇਦ ਤੁਹਾਨੂੰ ਪਤਾ ਹੋਵੇ, ਜੇਲ੍ਹ ਬਣ ਗਈ ਨਾ, ਤੀਜਾ ਜਹਾਨ, ਉਹਦਾ ਵੀ ਮਾਲਕ ਬਣ ਬੈਠਾ ਆ। ਇੱਕ ਦਾਵਾ ਗੁਰਮੀਤ ਰਾਮ ਰਹੀਮ ਵੱਲੋਂ ਜਦੋਂ ਸੋਸ਼ਲ ਮੀਡੀਆ ਤੇ ਪਿਛਲੇ ਦਿਨੀ ਵੀਡੀਓ ਆਈ ਕਿ ਉਹ ਜਿਸ ਤਰੀਕੇ ਦੇ ਦਾਅਵੇ ਕਰਦਾ ਸੀ ਕਿ ਉਹਨੇ 32 ਨੈਸ਼ਨਲ ਗੇਮਾਂ ਖੇਡ ਲੈਂਦਾ, ਔਰ 9ਵੀਂ 'ਚ ਨੌਨ ਮੈਡੀਕਲ ਰੱਖੀ ਸੀ, ਔਰ USA ਤੋਂ ਆਏ ਡਾਕਟਰਾਂ ਦੇ ਨਾਲ ਉਹਨੇ ਗੱਲ ਕਰਕੇ ਮੈਡੀਕਲ ਥਿਊਰੀ ਚੇਂਜ ਕਰ ਦਿੱਤੀ। ਇੰਨਾ ਇੰਟੈਲੀਜੈਂਟ ਬੱਚਾ, ਜਿਹੜਾ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਵੀ ਜਦੋਂ ਤੁਸੀਂ ਉਹਦੇ ਸਰਟੀਫਿਕੇਟ ਕਢਾਏ 10ਵੀਂ ਦੇ, ਇੰਨਾ ਇੰਟੈਲੀਜੈਂਟ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਦਾ
10ਵੀਂ ਦਾ ਰਿਪੋਰਟ ਕਾਰਡ ਕੀ ਹੈ? ਸੋ ਇੱਕ ਮੈਂ ਤੁਹਾਨੂੰ ਇਹ ਤੋਂ ਪਹਿਲੇ ਥੋੜ੍ਹਾ ਦੱਸ ਦਿਆਂ, ਕਿਉਂਕਿ ਪਹਿਲੇ ਇਹ ਆਪਣੇ ਸਾਸੰਗਾਂ 'ਚ BSc ਦਾ ਸਟੂਡੈਂਟ ਦੱਸਦਾ ਰਿਹਾ। ਉਦੋਂ ਬਾਅਦ ਜਿਹੜਾ ਕਰਦਾ ਸੀ ਸਾਇੰਸ ਦਾ ਸਟੂਡੈਂਟ ਦੱਸਦਾ ਰਿਹਾ। ਮੇਰੇ ਕੋਲ ਵੀਡੀਓ ਹੈਗੀ ਜਿਹਦੇ 'ਚ ਕਲੀਅਰ ਕਹਿ ਰਿਹਾ ਕਿ ਅਸੀਂ ਸਾਇੰਸ ਦੇ ਸਟੂਡੈਂਟ ਰਹੇ, ਬਹੁਤ ਸਾਰੇ ਅਸੀਂ ਗ੍ਰੰਥ ਪੜ੍ਹੇ, ਬਹੁਤ ਸਾਰੇ ਅਸੀਂ ਕਿਤਾਬਾਂ ਪੜ੍ਹੀਆਂ, ਤੇ ਉਦੋਂ ਇਹ ਦਾਅਵਾ ਕਰਦਾ ਹੁੰਦਾ ਸੀ। ਫਿਰ ਜਦੋਂ ਇਹ ਸਰਟੀਫਿਕੇਟ ਮੈਂ 2012 'ਚ ਕਲੀਅਰ ਜਨ ਤੱਕ ਕੀਤਾ, ਜਿਹਦੇ ਵਿੱਚ ਗੁਰਮੀਤ ਰਾਮ ਰਹੀਮ ਦਾ ਇਹ ਸਰਟੀਫਿਕੇਟ ਆ, ਔਰ ਇਹ ਸਰਟੀਫਿਕੇਟ ਦੇ ਵਿੱਚ ਅਸੀਂ ਇਹ ਜਦੋਂ ਸਾਰੇ ਲੋਕਾਂ ਸਾਹਮਣੇ ਲੈ ਕੇ ਆਏ ਇਹ ਸਰਟੀਫਿਕੇਟ, ਉਦੋਂ ਬਾਅਦ ਗੁਰਮੀਤ ਰਾਮ ਰਹੀਮ ਨੂੰ ਇਹ ਗੱਲ ਦੇ ਵਿੱਚ ਦਿੱਕਤ ਆਉਣੀ ਸ਼ੁਰੂ ਹੋ ਗਈ ਕਿ ਮੇਰੀ ਤਾਂ ਸੱਚਾਈ ਸਾਹਮਣੇ ਆ ਗਈ ਆ। ਔਰ ਉਸ ਤੋਂ ਬਾਅਦ ਇਹਨੇ ਇੱਕ ਲੰਡਨ ਦੀ ਯੂਨੀਵਰਸਿਟੀ 'ਚੋਂ PhD ਦੀ ਡਿਗਰੀ ਲਿੱਤੀ, ਸਿਰਫ ਇਸ ਨੂੰ ਝੁਠਲਾਉਣ ਵਾਸਤੇ ਕਿ ਮੈਂ ਤਾਂ PhD ਹਾਂ ਇਹਦੇ ਵਾਸਤੇ, ਜਿਹਦੇ ਕਰਕੇ ਨਾਲ ਅੱਜ ਕੱਲ ਨਾਮ ਡਾਕਟਰ ਨਾਮ ਲੱਤਾ ਹੈ। ਉਹ PhD ਡਿਗਰੀ ਬੜੀ ਮਜ਼ਾਕ ਵਾਲੀ ਹੈ ਜੀ, ਕਿ ਇਹਨੇ ਕਿਸ ਚੀਜ਼ 'ਚ PhD ਕੀਤੀ ਗਈ, ਇਹਦੇ ਦੁਆਰਾ ਇੰਨੇ ਰਿਕਾਰਡ ਬਣਾਏ ਗਏ ਆ, ਇਸ ਗੱਲ ਤੋਂ ਇਹਨੂੰ PhD ਦਿੰਦੇ ਆ। ਅੱਛਾ, ਸੋ ਮਜ਼ਾਕ ਦੀ ਗੱਲ ਇਹ ਆ ਕਿ ਰਿਕਾਰਡ ਬੰਦਾ ਖੁਦ ਬਣਾਵੇ ਤਾਂ ਉਹਨੂੰ ਮੰਨਿਆ ਜਾਂਦਾ ਕਿ ਇਹਦਾ ਆ। ਸੋ ਕੋਈ ਇੱਕ ਰਿਕਾਰਡ ਵੀ ਇਹਦਾ ਨਹੀਂ ਹੈਗਾ, ਪਰਸਨਲ ਨਹੀਂ, ਨਿੱਜੀ ਰਿਕਾਰਡ ਕੋਈ ਨਹੀਂ। ਮੰਨ ਲਓ ਇਹਨੇ ਕੋਈ ਕੀ ਨਾਮ ਲੈਂਦੇ ਨੇ, ਕੋਈ ਚੀਜ਼ ਤੋੜਨ ਦਾ ਹੀ ਰਿਕਾਰਡ, ਇੱਟਾਂ ਤੋੜਨ ਦਾ ਰਿਕਾਰਡ ਬਣਾ ਲੈਂਦਾ 1 ਮਿੰਟ 'ਚ ਕਿੰਨੀਆਂ ਨੇ। ਸੋ ਉਹ ਰਿਕਾਰਡ ਇਹਦੇ ਕੋਲ ਹੈ ਨਹੀਂ, ਕਿਸੇ ਤਰੀਕੇ ਦਾ ਕੋਈ ਰਿਕਾਰਡ ਇਹਦਾ ਨਹੀਂ ਜਿਹੜਾ ਇਹਨੇ ਆਪਣੀ ਮਰਜ਼ੀ ਨਾਲ। ਹੁਣ 32 ਗੇਮਾਂ ਤੁਹਾਡੇ ਹੱਥ ਜਿਹੜਾ ਸਰਟੀਫਿਕੇਟ ਹੈ ਇਹਦਾ ਕੀ ਰਿਜ਼ਲਟ ਹੈ? 10ਵੀਂ ਦਾ ਰਿਜ਼ਲਟ ਕੀ ਹੈ ਇਹਦੇ 'ਚ ਜੀ? परिणाम सप्लीमेंटरी है जी। मैट्रिक विचों मैथ चो 150 विचों 34 नंबर आए हैं जी ये फेल आ फेल हाँ जी। ये टोटल ਜਿਹੜੇ ਮਾਰਕ ਨੇ ਉਹ ਕਲੀਅਰ ਇਸ ਕਰਕੇ ਨਹੀਂ ਦਿੱਤੇ ਔਰ ਕਿਉਂਕਿ ਇਹਦੇ ਜਿਹੜੇ ਰਾਮ ਰਹੀਮ ਵੱਲੋਂ ਇੱਕ ਵੀਡੀਓ 'ਚ ਦਾਅਵਾ ਕੀਤਾ ਗਿਆ ਸੀ ਵੀ ਉਹਨੂੰ 10ਵੀਂ 'ਚੋਂ ਹਟਾ ਲਿਆ ਗਿਆ ਸੀ। ਬਿਲਕੁਲ ਬਿਲਕੁਲ ਇਹਨੂੰ ਹਟਾ ਇਸ ਕਰਕੇ ਲਿਆ ਸੀ 9ਵੀਂ 'ਚੋਂ ਹਟਾ ਲਿਆ ਗਿਆ ਸੀ ਕਿਉਂਕਿ ਇਹਨੇ ਕਿਸੇ ਲੜਕੀ ਨੂੰ ਪੱਥਰ ਮਾਰਨ ਦੀ ਇਹਦੀ ਰਵਾਇਤ ਸੀ। ਇਹ ਗੱਲ ਜਿਹੜਾ ਸੰਗਤ 'ਚ ਬਹਿ ਕੇ ਆਪ ਵੀਡੀਓ ਸਾਹਮਣੇ ਆਪਣੇ ਬੰਦੇ ਨੂੰ ਖੜਾ ਕਰਕੇ ਕਹਿੰਦਾ ਕਿਉਂਕਿ ਕ੍ਰਿਸ਼ਨ ਦੀ ਤਰ੍ਹਾਂ ਬੜੇ ਨਟਕਟ ਸੀ ਤੇ ਗੋਪੀਆਂ ਨਾਲ ਜਿੱਦਾਂ ਕ੍ਰਿਸ਼ਨ ਰਾਸ ਲੀਲਾਵਾਂ ਕਰਦੇ ਸੀ ਜਿਵੇਂ ਖੇਡਦੇ ਹੁੰਦੇ ਸੀ ਐਵੇਂ ਗੁਰਮੀਤ ਰਾਮ ਰਹੀਮੀ ਛੁਪ ਕੇ ਪੱਥਰ ਮਾਰਨ ਦਾ ਵੀ ਇਹ ਇੱਕ ਕਿੱਸਾ ਸਾਹਮਣੇ ਆਇਆ। ਸੋ ਉਸ ਕਿੱਸੇ ਕਰਕੇ ਇਹਨੂੰ 9ਵੀਂ 'ਚੋਂ ਹਟਾ ਦਿੱਤਾ ਗਿਆ, 10ਵੀਂ 'ਚ ਇਹਨੂੰ ਐਡਮਿਸ਼ਨ ਨਹੀਂ ਮਿਲਿਆ। ਸੋ ਇਹਨੇ ਪ੍ਰਾਈਵੇਟ ਕੀਤੀ ਸੀ 10ਵੀਂ ਜਿਹਦੇ 'ਚ ਇਹਦੀ ਕੰਪਾਰਟਮੈਂਟ ਆਈ। ਹਾਂਜੀ। ਤੇ ਇਸ ਤੋਂ ਜਿਹੜਾ ਤੁਹਾਡਾ ਕੇਸ ਜਿਹੜਾ ਰਾਮਚੰਦਰ ਛਤਰਪਤੀ ਜਿਨ੍ਹਾਂ ਦਾ 24 ਅਕਤੂਬਰ 2002 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਉਹਦੇ 'ਚ ਵੀ ਤੁਹਾਡੀ ਗਵਾਹੀ ਹੈ ਕੋਈ? ਬਿਲਕੁਲ, ਉਹਦੇ 'ਚ ਗੁਰਮੀਤ ਰਾਮ ਰਹੀਮ ਨੇ ਜਿਹੜਾ ਕੁਲਦੀਪ ਤੇ ਨਿਰਮਲ ਸੀਗੇ ਜਿਨ੍ਹਾਂ ਨੇ ਗੋਲੀ ਮਾਰਦੇ ਹੋਏ ਮੌਕੇ ਤੇ ਫੜੇ ਗਏ ਸੀ ਉਹਨੂੰ ਇਹਨੇ ਰਿਵਾਲਵਰ ਚਲਾਣੀ ਆਪ ਸਿਖਾਈ ਸੀ। ਇੱਕ ਸਲੰਸਰ ਇਸ ਕੇਸ ਦੇ ਵਿੱਚ ਵੀ ਜਿਹੜੇ ਦੋਸ਼ੀ ਸੀਗੇ ਉਹ ਕਾਸਟੇਟਡ ਸਾਧੂ ਸੀ? ਬਿਲਕੁਲ ਸੀ, ਕਾਸਟੇਟਡ ਯਾਨੀ ਉਹਨਾਂ ਦੀ ਵਰਤੋਂ ਸਿਰਫ ਡੇਰੇ ਦੇ ਪ੍ਰਬੰਧ ਲਈ ਨਹੀਂ ਕ੍ਰਿਮੀਨਲ ਐਕਟੀਵਿਟੀ ਵਾਸਤੇ ਆਪ ਮਰਨ ਵਾਸਤੇ ਜਾਂ ਕਿਸੇ ਨੂੰ ਮਾਰਨ ਵਾਸਤੇ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਕਿਉਂਕਿ ਉਹਨਾਂ ਦੇ ਅੱਗੇ ਪਿੱਛੇ ਕੋਈ ਨਹੀਂ ਹੁੰਦਾ। ਬਿਲਕੁਲ ਇਸੇ ਕਾਰਨ ਇੱਕ ਜਿਹੜਾ ਸਾਧੂ ਸੀਗਾ ਉਹ ਆਪਣੇ ਆਪ ਨੂੰ ਗੋਲੀ ਮਾਰ ਕੇ ਇਹਨਾਂ ਨੇ ਜੋ ਵਿਖਾਇਆ ਸਾਨੂੰ ਇਹ ਲੱਗਦਾ ਕਿ ਉਹਨੂੰ ਮਾਰ ਕੇ ਉੱਥੇ ਰੱਖਿਆ ਪਰ ਇਹਨਾਂ ਨੇ ਕਹਿੰਦੇ ਨੇ ਕਿ ਉਹਨੂੰ ਉੱਥੇ ਜਾ ਕੇ ਗੋਲੀ ਮਾਰ ਲਈ ਜੀ ਡੇਰੇ 'ਚ ਆਪਣੇ ਕੋਰਟ ਕੰਪਲੈਕਸ 'ਚ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਕਾਰ 'ਚ ਬੈਠਿਆਂ ਨੇ। ਤੁਹਾਡੇ ਤੇ ਕਦੀ ਜਾਨਲੇਵਾ ਹਮਲਾ ਹੋਇਆ? ਮੇਰੇ ਤੇ ਜਾਨਲੇਵਾ ਹਮਲਾ ਕਈ ਵਾਰੀ ਹੋਇਆ, ਉਸ ਵਾਹਿਗੁਰੂ ਨੇ ਕਈ ਵਾਰੀ ਮੈਨੂੰ ਬਚਾਇਆ। ਮੇਰੇ ਤੇ ਕੇਸ ਕਈ ਵਾਰੀ ਹੋਏ ਨੇ, ਕਿਡਨੈਪ ਦੇ ਕੇਸ, 326 ਦਾ ਕੇਸ, 295 ਦਾ ਕੇਸ, ਪਰ ਉਹ ਮੈਂ ਜਿਹੜਾ ਕਿਡਨੈਪ ਦਾ ਕੇਸ ਪਿਆ ਸੀ ਉਹਦੇ 'ਚ ਮੈਂ ਲਾਈਵ ਡਿਟੈਕਟਿਵ ਟੈਸਟ ਦਿੱਤਾ, ਟੈਸਟ ਦੇ ਕੇ ਉਹ ਕਲੀਅਰ ਹੋ ਗਿਆ ਕਿ ਉਹ ਰਿਪੋਰਟ ਜਿਹੜੀ ਆਈ ਉਹ ਮੇਰੇ ਹੱਥ 'ਚ ਕੋਈ ਕੇਸ ਹੈ ਤੁਹਾਡੇ ਤੇ ਜਿਹੜੇ ਚੱਲ ਰਹੇ ਹੋਣ? ਐਪਲੀਕੇਸ਼ਨਾਂ ਹੈਗੀਆਂ ਨੇ ਲੇਕਿਨ ਕੇਸ ਫਿਲਹਾਲ ਨਹੀਂ ਹੈਗਾ। ਤੁਹਾਡੇ ਨਾਲ ਦਾ ਕੋਈ ਹੋਰ ਸਾਥੀ ਜਿਹਨੇ ਇਸ ਗੱਲ ਦਾ ਖਮਿਆਜਾ ਭੁਗਤਿਆ ਹੋਵੇ ਕਿ ਉਹਨੇ ਤੁਹਾਡਾ ਸਾਥ ਦਿੱਤਾ? ਬਿਲਕੁਲ। ਸਭ ਤੋਂ ਪਹਿਲਾਂ ਸ਼ਿਵਜੰਟ ਸਿੰਘ ਜਿਨ੍ਹਾਂ ਨੇ ਮੈਨੂੰ ਦੱਸਿਆ ਉਹਨਾਂ ਦੀ ਡੈਥ ਹੋਈ। ਕਿਹੜੀ ਜਗ੍ਹਾ ਦੇ ਰਹਿਣ ਵਾਲੇ ਸੀ? ਉਹ ਗੁਰਸਰ ਮੋੜੀਏ ਦੇ ਰਹਿਣ ਵਾਲੇ ਸੀ ਜੀ। ਔਰ ਪਲੱਸ ਉਹ ਵੀ ਡੇਰੇ ਦੇ ਸ਼ਰਧਾਲੂ ਸੀ ਜਾਂ ਨਹੀਂ? ਨਹੀਂ, ਡੇਰੇ ਦੇ ਸ਼ਰਧਾਲੂ ਨਹੀਂ ਲੇਕਿਨ ਇਹਨਾਂ ਦੇ ਘਰ ਦੇ ਇਹਨਾਂ ਦੀ ਰਿਸ਼ਤੇਦਾਰੀ 'ਚੋਂ ਹੀ ਪੈਂਦੇ ਸੀ ਇਸ ਕਰਕੇ ਇਹਨਾਂ ਦੇ ਬਾਰੇ ਪਤਾ ਸੀ। ਸੁਭਾਵਿਕ ਤੌਰ ਤੇ ਉਹਨਾਂ ਨੇ ਦੱਸਤਾ ਮੈਨੂੰ ਹੈ ਨਾ, ਸੁਭਾਵਿਕ ਤੌਰ ਤੇ ਕਿਉਂਕਿ ਪਿੰਡ 'ਚ ਅਸੀਂ ਜਾਈਏ। ਕਦੋਂ ਹੱਤਿਆ ਹੋਈ ਉਹਨਾਂ ਦੀ, ਕਿਸ ਤਰੀਕੇ ਨਾਲ? ਇਹ 2011 ਲਾਸਟ 'ਚ ਜੇ ਹੋਈ ਆ ਕਿਉਂਕਿ ਇਹ ਹੋਇਆ ਜੀ ਇੱਟਾਂ ਤੇ ਸਰੀਏ ਮਾਰ ਕੇ ਇਹਨਾਂ ਦੇ 25 ਮੈਂਬਰੀਆਂ ਨੇ ਮੁਕਾਤਾ ਸੀ ਜੀ ਉਹਨੂੰ। ਕੇਸ ਚੱਲ ਰਿਹਾ ਉੱਤੇ? ਕੇਸ ਚੱਲ ਰਿਹਾ ਜੀ ਉਹਦੇ 25 ਮੈਂਬਰੀਆਂ ਚੱਲ ਰਿਹਾ। ਇਹ 25 ਮੈਂਬਰੀ ਕਮੇਟੀ ਜਿਹੜੀ ਡੇਰੇ ਵੱਲੋਂ ਬਣਾਈ ਜਾਂਦੀ ਆ? ਬਿਲਕੁਲ, ਉਹ ਇਸੇ ਕੰਮ ਵਾਸਤੇ ਹੁੰਦੀ ਆ ਕਿ ਕੋਈ ਸਾਡੇ ਖਿਲਾਫ ਕੋਈ ਕਾਰਵਾਈ ਤਾਂ ਨਹੀਂ ਕਰ ਰਿਹਾ
ਕੋਈ ਸਾਡੇ ਖਿਲਾਫ ਕੋਈ ਸਬੂਤ ਤਾਂ ਨਹੀਂ ਇਕੱਠੇ ਕਰ ਰਿਹਾ, ਹੂੰ। ਕੋਈ ਸਾਡੇ ਖਿਲਾਫ ਕੋਈ ਇਦਾਂ ਦਾ ਕੰਮ ਕਰ ਰਿਹਾ ਹੋਵੇ ਕਿ ਜਿਹਦੇ ਨਾਲ ਸੱਚ ਸਾਹਮਣੇ ਆ ਸਕੇ। ਉਹ ਸੱਚ ਨੂੰ ਦਬਾਉਣ ਵਾਸਤੇ ਇਹ ਕਾਰਵਾਈ ਹੁੰਦੀ ਹੈ ਜੀ। ਇਸ ਤੋਂ ਇਲਾਵਾ ਕੋਈ ਹੋਰ ਵਿਅਕਤੀ ਜਿਹਨੇ ਤੁਹਾਡੇ ਸਾਥ ਦੇਣ ਦਾ ਖਮਿਆਜਾ ਭੁਗਤਿਆ ਹੋਵੇ? ਬਿਲਕੁਲ ਜੀ, ਉਹ ਹੈਗਾ ਜੀ ਓਮਵੀਰ ਸਿੰਘ ਐਡਵੋਕੇਟ। ਹੂੰ ਔਰ ਉਦੋਂ ਵੀ ਪਹਿਲੇ ਮੈਂ ਦੱਸਣਾ ਚਾਹਾਂਗਾ ਜੀ, ਉਹ ਹੈਗਾ ਸੀ ਜੀ ਇੱਕ ਸਾਧੂ ਜਿਹਨੇ ਮੇਰੇ ਨਾਲ ਇਹ ਲਿਸਟ ਬਣਾਈ ਸੀ, ਹੂੰ ਜਤਿੰਦਰ ਉਫ ਗੋਰਾ। ਅਸੀਂ ਦੋਵਾਂ ਨੇ ਲਿਸਟ ਬਣਾਈ ਸੀ। ਔਰ ਉਹ ਲਿਸਟ ਦੇ ਦੌਰਾਨ ਹੂੰ ਜਦੋਂ ਲਿਸਟ ਬਣਾਈ, ਉਹ ਜਿੱਦਾਂ ਹੀ ਸਾਨੂੰ ਲਿਸਟ ਕੰਪਲੀਟ ਹੋਈ, 4 ਜੁਲਾਈ ਦੀ ਗੱਲ ਹੈ ਕਿ ਜਦੋਂ ਮੈਨੂੰ ਆਖਰੀ ਵਾਰ ਮਿਲਿਆ, 6 ਜੁਲਾਈ ਨੂੰ ਉਹਦਾ ਗਾਇਬ ਹੋ ਗਿਆ, ਅੱਜ ਤੱਕ ਨਹੀਂ ਮਿਲਿਆ ਜੀ। ਹੂੰ। ਔਰ ਹੁਣ ਟੀਵੀ ਤੇ ਮੈਨੂੰ ਪਤਾ ਲੱਗਾ ਕਿ ਕਿਸੇ ਨੇ ਦਾਅਵਾ ਕੀਤਾ ਆ ਕਿ ਉਹਨੂੰ ਅੰਦਰ ਹੀ ਬੜੇ ਬੁਰੇ ਤਰੀਕੇ ਨਾਲ ਮਾਰਿਆ ਗਿਆ ਸੀ। ਔਰ ਉਹਦਾ ਕੇਸ ਮੇਰੇ ਤੇ ਪਾ ਦਿੱਤਾ ਗਿਆ ਸੀ, ਜਿਹਦਾ ਮੈਂ ਲਾਈਵ ਡਿਟੈਕਟਿਵ ਟੈਸਟ ਕਰਾ ਕੇ ਬਾਅਦ 'ਚ ਕਲੀਅਰ ਉਹ ਹੋਇਆ ਵੀ ਸੀ। ਕਾਸਟਡ ਸਾਧੂ ਸੀ? ਉਹ ਵੀ ਕਾਸਟਡ ਸਾਧੂ ਸੀ ਜੀ। ਓਕੇ। ਸੋ ਉਦੋਂ ਬਾਅਦ ਜਿਹੜਾ ਇੱਕ ਓਮਵੀਰ ਸਿੰਘ ਐਡਵੋਕੇਟ ਸੀ, ਜਿਹੜੇ ਕਿ ਦਿੱਲੀ 'ਚ ਰੋਹਿਣੀ ਕੋਰਟ 'ਚ ਪ੍ਰੈਕਟਿਸ ਕਰਦੇ ਸੀ, ਹੂੰ ਉਹਨਾਂ ਨੇ ਬੜੇ ਦਲੇਰੀ ਨਾਲ ਕੰਮ ਕੀਤਾ ਜੀ। ਹੂੰ ਤੱਥ ਸਾਡੇ ਤੋਂ ਜਿੱਦਾਂ ਇਕੱਠੇ ਕਰਕੇ ਉਹਨਾਂ ਨੇ ਬੁਲਾਇਆ ਕਿ ਆਪਾਂ ਇੱਕ PIL ਲਾਉਨੇ ਆ। ਫਿਰ ਉਹਨਾਂ ਨੇ ਸਮਝਾਇਆ ਕਿ ਕੋਈ ਵਕੀਲ ਇਦਾਂ ਨਹੀਂ ਕਰਦਾ ਜੀ ਕਿ ਕੋਈ ਕਿਸੇ ਦਾ ਪਟੀਸ਼ਨਰ ਆਪ ਬਣਨ ਲਈ ਤਿਆਰ ਹੋ ਜੇ। ਹੂੰ ਸੋ ਕਿਹਾ ਕਿ ਤੁਹਾਡੇ ਕੋਲ ਗਵਾਹ ਹੈ ਨਹੀਂ, ਪਟੀਸ਼ਨਰ ਮੈਂ ਬਣਦਾ, ਗਵਾਹ ਤੂੰ ਗਵਾਹ ਆ ਤੁਸੀਂ ਬਣੇ। ਤੇ ਪੀੜਿਤ ਹੈ ਆਂਸਰ ਆ ਜਾ। ਹੂੰ। ਸੱਚੀ ਗੱਲ ਦੇ ਉੱਤੇ ਪਟੀਸ਼ਨਰ ਕੋਈ ਵੀ ਬਣ ਸਕਦਾ। ਬਿਲਕੁਲ। ਸੋ ਉਹ ਪਟੀਸ਼ਨਰ ਬਣਿਆ। ਪਟੀਸ਼ਨਰ ਬਣ ਕੇ ਉਹਨੇ ਪਟੀਸ਼ਨ ਪਾਈ। DGP 1336 2013 ਦਾ ਇਹ ਐਪਲੀਕੇਸ਼ਨ ਆ। ਹੂੰ। ਸੋ ਉਹਦੇ ਵਿੱਚ ਉਹਨੇ ਲਿਖਿਆ ਆ ਕਿ ਮੈਂ ਗੁਰਮੀਤ ਰਾਮ ਰਹੀਮ ਨੂੰ एक परमात्मा भगवान ना मानकर दुनिया का सबसे बड़ा हीनियस अपराधी मानता अपराधी हूं। ਅੱਗੇ ਲਾਸਟ ਜੋ ਉਹਨੇ ਬਾਕੀ ਸਾਰੀਆਂ ਗੱਲਾਂ ਲਿਖੀਆਂ ਵੀ ਕਿਉਂ ਮੰਨਦਾ, ਉਹ ਸਾਰੀ ਗੱਲਾਂ ਲਿਖ ਕੇ 2-3 ਪੇਜ ਦਾ ਉਹਦਾ ਬਿਆਨ ਆ। ਉਹਦੇ ਲਾਸਟ 'ਚ ਇਹ ਗੱਲਾਂ ਲਿਖੀਆਂ। ਸਭ ਤੋਂ ਪਹਿਲਾਂ ਲਿਖਿਆ ਕਿ ਜਿਹੜਾ ਵੀ ਇਹਦੇ ਖਿਲਾਫ ਬੋਲਦਾ ਆ, ਉਹਨੂੰ ਧਮਕਾਇਆ ਜਾਂਦਾ, ਉਹਨੂੰ ਡਰਾਇਆ ਜਾਂਦਾ, ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ, ਉਹਦੇ ਤੇ ਕੇਸ ਪਾਏ ਜਾਂਦੇ ਨੇ। ਜੇ ਕਿਤੇ ਵੀ ਨਾ ਹੋਵੇ ਤੇ ਉਹਨੂੰ ਸਦਾ ਲਈ ਮਾਰ ਦਿੱਤਾ ਜਾਂਦਾ। ਸੋ ਸੇਮ ਉਹਦੇ ਨਾਲ ਵੀ ਹੋਇਆ। ਲਾਸਟ 'ਚ ਇੱਕ ਲਾਈਨ ਲਿਖਦਾ, भारत का सबसे बड़ा आतंकवादी गुरमीत राम रहीम बन चुका है। ये प्रशासन नेतियां सारिਆਂ ਤੋਂ ਆਪਣੇ ਹੱਕ 'ਚ ਕੰਮ ਕਰਾਉਂਦਾ। ਕਲੀਅਰ ਲਿਖਿਆ ਇੱਕ ਕੱਲ। ਸੋ ਉਹਦੇ ਵਿੱਚ ਉਹਨੇ ਕਲੀਅਰ ਲਿਖਣ ਕਰਕੇ ਉਹਨੂੰ ਖਮਿਆਜਾ ਇਹ ਭੁਗਤਣਾ ਪਿਆ, ਕਿਉਂਕਿ ਉਹਦੇ 'ਚ ਕਾਰਨ ਸੀਗਾ ਜੀ ਕਿ ਜਦੋਂ ਸਾਡੇ ਬਿਆਨ ਹੋਣੇ ਸੀ, ਮੇਰੇ ਤੇ ਓਮਵੀਰ ਦੇ ਇਕੱਠੇ ਬਿਆਨ ਹੋਏ ਆ। ਸੋ ਬਿਆਨ ਦੇ ਦੌਰਾਨ ਸਾਨੂੰ ਪਤਾ ਲੱਗਾ ਕਿ ਉਹ ਕਿਹੜੀ ਗੱਡੀ 'ਚ ਬਹਿ ਕੇ ਆਇਆ, ਉਹ ਡੇਰੇ ਦੇ 7 ਮੈਂਬਰੀਆਂ ਦੀ ਸੀ। ਜਸਮੇਰ ਸਿੰਘ ਉਹਦਾ ਨਾਮ ਸੀ ਜਿਹੜਾ ਗੱਡੀ ਲੈ ਕੇ ਗਿਆ ਸੀ। ਔਰ ਮੈਂ ਥੱਲੇ ਗਿਆ, ਮੈਂ ਪਛਾਣ ਲਿਆ, ਮੈਂ ਕਹਿੰਦਾ ਜਸਮੇਰ ਆ, ਤੂੰ ਇਹਦੇ ਨਾਲ ਬਹਿ ਕੇ ਆਇਆ, ਕਿੱਦਾਂ ਬਹਿ ਕੇ ਆਇਆ? ਔਰ ਉਹ ਸੜਕ ਦੇ ਪਾਰ ਸੀ, ਵਕੀਲ ਖੜਾ, ਤੇ ਮੈਂ ਸੜਕ ਦੇ ਇੱਧਰ ਸੀਗਾ। ਮੇਰੇ ਦੱਸਣ ਤੱਕ ਉਹ ਗੱਡੀ ਭਜਾ ਕੇ ਲੈ ਗਏ। ਉਹਨੇ ਕਿਹਾ, ਕਹਿੰਦਾ ਕੋਈ ਗੱਲ ਨਹੀਂ, ਜੇ ਤਾਂ ਤੂੰ ਮੈਨੂੰ ਹਾਕ ਮਾਰ ਲੈਂਦਾ ਮੈਂ ਇਹਨੂੰ ਇੱਥੇ ਫੜ ਲੈਂਦਾ, ਕਿਉਂਕਿ ਕੋਈ ਕ੍ਰਿਮੀਨਲ ਦੀ ਅਸੀਂ ਐਪਲੀਕੇਸ਼ਨ ਦਈਏ ਕਿਸੇ ਦੇ ਖਿਲਾਫ, ਔਰ ਉਹ ਬੰਦੇ ਆਪਣੇ ਬੰਦੇ ਭੇਜ ਕੇ ਪੁਲਿਸ ਵਾਲਾ ਬਿਆਨ ਲੈਣ ਨਹੀਂ ਆ ਸਕਦਾ। ਪੁਲਿਸ ਵਾਲੇ ਨੂੰ ਇੰਡੀਵਿਜੂਅਲ ਆਉਣਾ ਪਏਗਾ। ਸੋ ਇੱਕ ਕ੍ਰਾਈਮ ਆ। ਸੋ ਕਹਿੰਦਾ ਮੈਂ ਰੋਕ ਲੈਂਦਾ ਤੇ ਇਹਦੀ ਅਰੈਸਟ ਕਰਾਉਂਦੇ ਇਸ ਥਾਣੇਦਾਰ ਨੂੰ। ਪਰ ਉਹ ਗੱਡੀ ਲੈ ਕੇ ਭੱਜ ਗਏ। ਉਹਨੇ CCTV ਫੁਟੇਜ ਕਢਾਏ ਉੱਥੋਂ ਦੇ। ਫੁਟੇਜ ਦਾ ਮੇਰੇ ਕੋਲ ਲਾਸਟ ਜਿਹੜੀ ਕਾਲ ਆਈ ਸੀ, ਕਹਿੰਦਾ ਗੁਰਦਾਸ ਮੈਂ ਫੁਟੇਜ ਕਢਾ ਲਏ ਆ ਤੇ ਆਪਾਂ ਕੇਸ ਪਾਉਣਾ ਆ। ਉਦੋਂ ਕੁਝ ਦਿਨਾਂ ਬਾਅਦ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਉਹਨਾਂ ਦੀ ਜਿਹੜੀ ਮੌਤ ਦਾ ਕੋਈ ਕੇਸ ਚੱਲ ਰਿਹਾ ਹਾਲੇ ਤੱਕ? ਕੇਸ ਕਿਹਨਾਂ ਤੇ ਚੱਲ ਰਿਹਾ? ਰਜਿਸਟਰਡ ਹੋਇਆ, ਅਣਪਛਾਤੇ ਬੰਦੇ। ਵੀ ਕੌਣ ਮਾਰ ਕੇ ਚਲਾ ਗਿਆ ਕੋਈ ਪਤਾ ਨਹੀਂ। ਸੋ ਮਤਲਬ ਬਿਲਕੁਲ ਅੰਨਾ ਕਾਨੂੰਨ। ਤੁਹਾਨੂੰ ਲੱਗਦਾ ਵੀ ਤੁਹਾਨੂੰ ਮੈਂ ਇਹ ਗੱਲ ਬੜੀ ਕਿਉਂਕਿ ਇਹਨਾਂ ਸਾਰਿਆਂ ਦਾ ਰੋਲ ਜਦੋਂ ਅਸੀਂ ਦੇਖਦੇ ਹਾਂ, ਸਰਕਾਰਾਂ ਦਾ, ਪ੍ਰਸ਼ਾਸਨ ਦਾ, ਈਵਨ ਜੁਡੀਸ਼ਰੀ ਦਾ ਵੀ ਕਾਫੀ ਸਮੇਂ ਤੱਕ, ਤੁਹਾਨੂੰ ਲੱਗਦਾ ਵੀ ਸਿਰਫ ਸਾਧੂ ਹੀ ਨਹੀਂ, ਇਸ ਬੰਦੇ ਨੇ ਪ੍ਰਸ਼ਾਸਨ ਤੇ ਸਰਕਾਰਾਂ ਨੂੰ ਵੀ ਨਪੁੰਸਕ ਬਣਾਤਾ ਸੀ? ਬਿਲਕੁਲ ਨਪੁੰਸਕ ਹੀ ਕਹਿ ਸਕਦੇ ਹਾਂ ਕਿਤੇ ਨਾ ਕਿਤੇ, ਕਿਉਂਕਿ ਜਿਹੜਾ ਆਪਣਾ ਕੰਮ ਨਾ ਕਰੇ ਸੋ ਉਹ ਇਸੇ ਪ੍ਰਕਰਨ ਦੁਆਰਾ ਚਾਹ ਕੇ ਵੀ ਨਾ ਕਰ ਸਕਦਾ, ਚਾਹ ਕੇ ਵੀ ਨਾ, ਕਿਉਂਕਿ ਚਾਹ ਕੇ ਨਹੀਂ, ਜੋ ਕੰਮ ਆਉਂਦਾ ਉਹ ਕਰਨਾ ਹੀ ਪਏਗਾ। ਇੱਕ ਬੰਦਾ ਝੂਠਾ ਹੈ, ਇੱਕ ਬੰਦਾ ਬਲਾਤਕਾਰੀ, ਉਹਦੀ ਜ਼ਮਾਨਤ ਕੈਂਸਲ ਕਰਨੀ ਪਏਗੀ। ਔਰ ਇਹਨੇ ਹਰ ਇੱਕ ਕੰਮ ਵਿੱਚ 302 ਦਾ ਕੇਸ ਜ਼ਮਾਨਤ ਤੋਂ ਬਾਹਰ, ਜ਼ਮਾਨਤ ਲੈ ਕੇ ਬਾਹਰ। ਬਲਾਤਕਾਰ ਦਾ ਕੇਸ ਉਹ ਵੀ 2 ਲੜਕੀਆਂ ਦਾ, ਜ਼ਮਾਨਤ ਲੈ ਕੇ ਬਾਹਰ। ਇੱਕ ਪੱਤਰਕਾਰ ਜਿਹੜਾ ਕਿ ਮੌਕੇ ਦੀ ਸਰਕਾਰ ਜਿਹੜੀ ਆ ਉਹ ਸੁਪਰੀਮ ਕੋਰਟ ਜਾਂਦੀ ਹੈ ਕਿ ਇਸ ਕੇਸ ਦੀ CBI ਜਾਂਚ ਦੀ ਲੋੜ ਨਹੀਂ ਹੈ। ਔਰ ਚੀਫ ਸਲੂਟ ਆ ਉਸ ਚੀਫ ਨੂੰ ਜਿਹਨੇ ਗੁੰਮਨਾਮ ਚਿੱਠੀ ਦੇ ਆਧਾਰ ਤੇ ਆਪਣੇ ਵੱਲੋਂ ਇਨਵੈਸਟੀਗੇਸ਼ਨ ਕਰਵਾਈ, ਇੱਕ ਜੱਜ ਨੂੰ ਭੇਜ ਕੇ ਡੇਰੇ ਵਿੱਚ ਕਿ ਤੂੰ ਦੇਖ ਕੇ ਆ ਪਰਸਨਲੀ ਤੌਰ ਤੇ ਕਿ ਇਹ ਕਾਰਵਾਈਆਂ ਤੈਨੂੰ ਲੱਗਦਾ ਕਿ ਕੁਛ ਇਦਾਂ ਦਾ ਹੋ ਸਕਦਾ। ਉਹਨੇ ਕਲੀਅਰ ਬਿਆਨ ਦਿੱਤੇ ਕਿ ਮੇਰੇ ਕੋਲ ਸਬੂਤ ਤਾਂ ਨਹੀਂ
ਸਿਰਸਾ ਸੈਸ਼ਨ ਜੱਜ ਹਾਂ ਜਿਨ੍ਹਾਂ ਨੇ ਇਹਦੇ ਲਈ ਸੰਕੇਤ ਪਾਏ ਸੀ। ਸੰਕੇਤ ਮੈਨੂੰ ਸਬੂਤ ਤਾਂ ਨਹੀਂ, ਲੇਕਿਨ ਮੈਨੂੰ ਸਭ ਕੁਝ ਠੀਕ ਨਹੀਂ ਲੱਗਾ ਉੱਥੇ। ਜਿਸ ਤੋਂ ਬਾਅਦ ਕੇਸ ਜਿਹੜਾ ਜਿਸ ਤੋਂ ਬਾਅਦ ਚੀਫ ਨੇ ਸੀਬੀਆਈ ਨੂੰ ਭੇਜਿਆ। ਔਰ ਇਹ ਉਸ ਜਿੰਨੀਆਂ ਆਤਮਾਵਾਂ ਜਿਨ੍ਹਾਂ ਨੂੰ ਧੱਕਾ ਹੋਇਆ, ਜਿਨ੍ਹਾਂ ਲੇਡੀਆਂ ਨੂੰ, ਉਹਨਾਂ ਨੂੰ ਸੱਚੀ ਸ਼ਰਧਾਂਜਲੀ ਸੀ ਜਿਹੜੀ ਇਹਨੇ ਚੀਫ ਨੇ ਦਿੱਤੀ ਸੀ ਜੀ ਉਸ ਟਾਈਮ। ਤੇ ਇਹਨਾਂ ਹਾਲਾਤਾਂ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਜਦੋਂ ਅਸੀਂ ਇਹ ਦੇਖ ਰਹੇ ਹਾਂ ਕਿ ਕੈਮਰੇ ਅੱਗੇ ਜਿਹੜੇ ਲੋਕ ਪਿੱਠ ਆਪਣੀ ਆਪ ਹੀ ਥਾਪੜ ਰਹੇ ਨੇ ਜਾਂ ਇਹ ਦਾਅਵਾ ਕਰ ਰਹੇ ਨੇ ਕਿ ਇਸ ਲੜਾਈ ਦੇ ਅਸਲ ਹੀਰੋ ਉਹ ਨੇ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਇਸ ਦੌਰਾਨ ਜਦੋਂ ਤੁਸੀਂ ਇਸ ਲੜਾਈ ਦੇ ਵਿੱਚ ਪਏ ਹੋ, ਇਸ ਲੰਬੇ ਅਰਸੇ ਦੇ ਦੌਰਾਨ ਕਿਹਨਾਂ ਲੋਕਾਂ ਤੱਕ ਤੁਸੀਂ ਅਪਰੋਚ ਕੀਤੀ ਔਰ ਕਿਹਨਾਂ ਨੇ ਤੁਹਾਡਾ ਸਾਥ ਦਿੱਤਾ? ਮੈਂ ਬਿਲਕੁਲ ਇਹ ਬੇਨਤੀ ਕਰਨਾ ਚਾਹਾਂ ਕਿ ਅਸਲ ਜਿਹੜਾ ਹੀਰੋ ਆ ਮੇਰਾ ਸਿੱਧਾ ਇਸ਼ਾਰਾ ਮੇਰੀ ਨਜ਼ਰ ਪ੍ਰਸ਼ਾਸਨ ਤੋਂ ਇਲਾਵਾ ਜਿਹੜੇ ਸਿੱਖ ਲੀਡਰ, ਕਿਉਂਕਿ ਇਹ ਲੜਾਈ ਵੱਡੇ ਪੱਧਰ ਤੇ ਪਹਿਲਾਂ ਇਹ ਆਮ ਲੋਕਾਂ ਵੱਲੋਂ ਲੜੀ ਜਾ ਰਹੀ ਸੀ ਤੇ ਇੱਕ ਪੰਥ ਵੱਲੋਂ ਲੜਾਈ 2007 ਤੋਂ ਬਾਅਦ ਸ਼ੁਰੂ ਕੀਤੀ ਗਈ। ਫਰਜ਼ ਇਹ ਬਣਦਾ ਸੀ ਕਿ ਉਹਨੂੰ ਸਾਰੇ ਐਂਗਲ ਤੋਂ ਘੇਰਿਆ ਜਾਵੇ, ਬਾਕੀ ਕੇਸਾਂ ਦੀ ਪੈਰਵਾਈ ਵੀ ਕੀਤੀ ਜਾਂਦੀ ਜੇ ਲੜਾਈ ਸ਼ੁਰੂ ਕੀਤੀ ਸੀ। ਤਾਂ ਉਹਦੇ ਵਿੱਚ ਕੋਈ ਸਿੱਖ ਲੀਡਰਾਂ ਦਾ, ਸਿੱਖ ਸੰਸਥਾਵਾਂ ਦਾ ਤੁਹਾਨੂੰ ਕੋਈ ਸਾਥ ਮਿਲਿਆ? ਮੈਂ ਇੱਥੇ ਥੋੜ੍ਹਾ ਜਿਹਾ ਇੱਕ ਗੱਲ ਕਹੂੰਗਾ, ਜੇਕਰ ਹੀਰੋ ਦੇ ਉੱਤੇ ਗੱਲ ਹੁੰਦੀ ਹੈ, ਮੇਰੀ ਨਜ਼ਰ 'ਚ ਹੀਰੋ ਮੇਰਾ ਵਾਹਿਗੁਰੂ ਹੈ ਜਿਹਨੇ ਪਲ ਪਲ ਮੇਰਾ ਸਾਥ ਦਿੱਤਾ। ਅੱਗੇ ਆ ਜਾਂਦੇ ਹਾਂ ਕਿ ਮੈਂ 2011 ਵਿੱਚ ਮੇਰੇ ਚੰਗੀ ਤਰ੍ਹਾਂ ਯਾਦ ਆ ਕਿ ਮੈਂ ਅਕਾਲ ਤਖਤ ਸਾਹਿਬ 'ਤੇ ਗਿਆ ਸਭ ਤੋਂ ਪਹਿਲਾਂ, ਔਰ ਉੱਥੇ ਜਾ ਕੇ ਮੈਂ ਇੱਕ ਲੈਟਰ ਦੇ ਰਾਹੀਂ ਪੰਥ 'ਚ ਵਾਪਸ ਹੋਣ ਵਾਸਤੇ ਬੇਨਤੀ ਕੀਤੀ, ਔਰ ਜਿਹੜਾ ਮੈਂ ਕਦੀ ਡੇਰੇ ਗਿਆ ਸੀ ਉਹਦੀ ਮੈਂ ਮਾफ़ੀ ਮੰਗੀ। ਪਲੱਸ ਜਿਹੜੇ ਉੱਥੇ ਡੇਰੇ 'ਚ ਰਹਿ ਰਹੇ ਹੋ ਰਹੇ ਕੰਮ ਨੇ ਉਹਨਾਂ ਬਾਰੇ ਸਟੈਪ ਬਾਈ ਸਟੈਪ ਇੱਕ ਚੀਜ਼ ਬਾਰੇ ਦੱਸਿਆ ਕਿ ਉੱਥੇ ਇੱਦਾਂ ਦੇ ਕੰਮ ਹੋ ਰਹੇ ਨੇ, ਔਰ ਮੈਂ ਉਹਨਾਂ ਤੋਂ ਮਦਦ ਮੰਗੀ ਕਿ ਮੈਨੂੰ ਤੁਹਾਡੀ ਮਦਦ ਚਾਹੀਦੀ ਹੈ ਤਾਂ ਕਿ ਮੈਂ ਇਸ ਦੇ ਖਿਲਾਫ ਕਾਨੂੰਨੀ ਤੌਰ 'ਤੇ ਲੜਾਈ ਲੜ ਸਕਾਂ। ਔਰ ਅਗਲੀ ਗੱਲ ਆ ਜਾਂਦੀ ਹੈ ਜੀ ਕਿ ਮੈਂ ਉੱਥੇ ਇਹ ਵੀ ਕਿਹਾ ਕਿ ਗੁਰਮੀਤ ਰਾਮ ਰਹੀਮ ਆਪਣੇ ਇੱਕ ਛਮਿੰਦਰ ਸਿੰਘ ਨਾਮ ਦੇ ਰਾਗੀ ਤੋਂ ਊਲ ਜਲੂਲ ਬੁਲਵਾ ਰਿਹਾ, ਉੱਥੇ ਕਹਿ ਰਿਹਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਕਹੋ ਨਾਨਕ ਜਾ ਵੱਲ ਤੋਂ ਸਵਾਮੀ ਦਾ ਸਰਸੇ ਭਾਈ ਮੀਤਾ। ਇੱਦਾਂ ਕਰਕੇ ਇਹਨਾਂ ਨੇ ਨਾ ਜਿਹੜੀ ਰਿਕਾਰਡਿੰਗ ਸੀ ਵਿਦ ਰਿਕਾਰਡਿੰਗ ਦਿੱਤੀ ਔਰ ਮੰਗ ਕੀਤੀ ਕਿ ਇਹਨਾਂ ਨੂੰ ਹਟਾਇਆ ਜਾਵੇ, ਇਹਨਾਂ ਨੂੰ ਬੋਲਣੋਂ ਹਟਾਇਆ ਜਾਵੇ, ਤੁਸੀਂ ਕੋਈ ਸਖਤ ਕਦਮ ਚੁੱਕੋ। ਮੈਨੂੰ ਬੜਾ ਸਨਮਾਨ ਦਿੱਤਾ, ਸਰੂਪਾ ਗਲ 'ਚ ਪਾ ਕੇ ਪੰਥ 'ਚ ਵਾਪਸ ਆਉਣ ਵਾਸਤੇ ਧੰਨਵਾਦ ਕੀਤਾ। ਪਲੱਸ ਦਲੇਰ ਕਿਹਾ ਗਿਆ ਮੈਨੂੰ ਵੀ ਬੜਾ ਦਲੇਰ ਆ ਤੂੰ, ਜਿਹੜਾ ਕੰਮ ਕੀਤਾ ਬੜਾ ਦਲੇਰੀ ਵਾਲਾ ਆ। ਲੇਕਿਨ ਹੈਰਾਨਗੀ ਦੀ ਗੱਲ ਆ ਵੀ ਇਹ ਸਭ ਕੁਝ ਅਖਬਾਰ ਦੀ ਇੱਕ ਫੋਟੋ ਨਾਲ ਹੀ ਸਮਾਪਤ ਹੋ ਗਿਆ। ਮੇਰੀ ਉਦੋਂ ਫੋਟੋ ਦਿੱਤੀ ਅਖਬਾਰ 'ਚ, ਸਾਰੀ ਸਟੋਰੀ ਦਿੱਤੀ, ਉਸ ਤੋਂ ਬਾਅਦ ਸਾਰਾ ਸਮਾਪਤ ਹੋ ਗਿਆ। ਬਾਰ-ਬਾਰ ਫੋਨ ਕਰਕੇ ਪੁੱਛ ਰਿਹਾ ਵੀ ਜਿਹੜੀ ਤੁਹਾਡੀ ਮੀਟਿੰਗ ਸੀ ਉਹ ਹੋਈ? ਕਹਿੰਦੇ ਨਹੀਂ ਜੀ। ਦੁਬਾਰਾ ਜਾਣਾ, ਕਹਿੰਦੇ ਸਾਡਾ ਤਾਂ ਇਹ ਕੰਮ ਹੀ ਹੈ ਨਹੀਂ, ਤਾਂ SGPC ਵਾਲਿਆਂ ਦਾ ਕੰਮ ਆ। ਪੰਥ ਦਾ ਜਥੇਦਾਰ ਇਹ ਗੱਲ ਕਹਿ ਰਿਹਾ, ਤੁਸੀਂ ਜਿਹੜੇ ਸਬੂਤ ਦਿੱਤੇ ਸੀ ਉੱਤੇ ਅਕਾਲ ਤਖਤ ਦੇ ਉਦੋਂ ਦੇ ਜਥੇਦਾਰ ਨੇ ਕੋਈ ਨੋਟਿਸ ਹੀ ਨਹੀਂ ਲਿਆ। ਅੱਗੇ ਆ ਜਾਂਦੇ ਆ ਜੀ ਫਿਰ ਕਿ ਹੋਰ ਮੈਂ ਕਈ ਇਹੋ ਜਿਹੇ ਕੋਲ ਗਿਆ ਜਿਹੜੇ ਇਹ ਕਹਿੰਦੇ ਸੀ ਕਿ ਅਸੀਂ ਲੜਦੇ ਹਾਂ, ਲੇਕਿਨ ਉਹਨਾਂ ਨੇ ਕਿਹਾ ਕਿ ਗੁਰਦਾਸ ਸਿੰਘ ਅਸੀਂ ਹਰ ਪਲ ਤੇਰੇ ਨਾਲ ਖੜੇ ਹਾਂ, ਔਰ ਵਾਕਈ ਉਹ ਖੜੇ ਹੀ ਰਹਿ ਗਏ, ਤੁਰੇ ਨਹੀਂ। ਇਸ ਗੱਲ ਦਾ ਮਲਾਲ ਮੈਨੂੰ ਆਉਂਦਾ ਹੈ। ਉਹਨਾਂ ਨੂੰ ਚਾਹੀਦਾ ਸੀ ਨਾਲ ਤੁਰਨਾ, ਜੇ ਉਹ ਤੁਰਦੇ ਤੇ ਸ਼ਾਇਦ ਮੈਂ ਕਹਿ ਸਕਦਾ ਕਿ ਮੇਰਾ ਛਾਤੀ ਜਿਹੜੀ ਹੈਗੀ ਹੋਰ ਚੌੜੀ ਹੋਣੀ ਸੀ। ਔਰ ਗੁਰਮੀਤ ਰਾਮ ਰਹੀਮ ਹੋਰਾਂ ਨੇ ਲਿਖਿਤ ਰੂਪ ਵਿੱਚ ਉੱਥੇ ਕਿਹਾ, ਕੋਰਟ 'ਚ ਕਿਹਾ ਕਿ ਗੁਰਦਾਸ ਸਿੰਘ ਤਾਂ ਉਹਨਾਂ ਦਾ ਬੰਦਾ, ਸਿੱਖਾਂ ਦਾ, ਜਿਹੜੇ ਸਾਡੇ ਖਿਲਾਫ ਲੜਦੇ ਨੇ। ਪਰ ਮੈਨੂੰ ਹੈਰਾਨਗੀ ਵੀ ਇਹੋ ਜਿਹੀ ਕੋਈ ਜਥੇਬੰਦੀ ਅੱਗੇ ਨਹੀਂ ਆਈ, ਕਿਉਂਕਿ ਮੈਨੂੰ ਯਾਦ ਆ ਕਿ ਜਦੋਂ ਅਸੀਂ ਮੈਡੀਕਲ ਕਰਾਉਣਾ ਸੀ ਇਹਦਾ ਹੰਸਰਾਜ ਦਾ, ਤੇ ਉਦੋਂ ਮੈਡੀਕਲ ਸਾਡੀ ਇੱਕ ਪਹਿਲੀ CD ਸੀ ਕਿ ਇੱਕ ਹੰਸਰਾਜ ਦਾ ਹਾਈ ਕੋਰਟ ਦੇ ਆਦੇਸ਼ ਅਨੁਸਾਰ ਮੈਡੀਕਲ ਹੋ ਜੇ ਤੇ ਸਾਡੀ ਜਿੱਤ ਹੋ ਜਾਏਗੀ। ਸੋ ਉਹਦੇ ਵਾਸਤੇ ਅਸੀਂ ਕਾਫੀ ਜਿਹੜੇ ਕੀਤੇ, ਉਹਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਕਿ ਹੰਸਰਾਜ ਨੂੰ ਵੀ ਕਿਤੇ ਸੇਫ ਜਗ੍ਹਾ 'ਤੇ ਰੱਖਿਆ ਜਾਵੇ ਕਿ ਤਾਂ ਕਿ ਗੁਰਮੀਤ ਰਾਮ ਰਹੀਮ ਦੇ ਚੇਲੇ ਜਾਂ ਉਹ ਉਹਨੂੰ ਤੰਗ ਨਾ ਕਰਨ। ਸੋ ਉਹਦੇ ਵਾਸਤੇ ਅਸੀਂ ਕਈ ਜਥੇਬੰਦੀਆਂ ਕੋਲ ਗਏ ਕਿ ਸਾਡੇ ਸਾਥ ਦਿਓ, ਸਾਡੇ ਨਾਲ ਉਦੋਂ ਆਓ, ਹਸਪੀਟਲ 'ਚ ਆਓ ਤਾਂ ਕਿ ਉਹਦੇ 'ਤੇ ਕੋਈ ਅਟੈਕ ਨਾ ਹੋ ਸਕੇ। ਸੋ ਉਹਦੇ 'ਚ ਜਿਹੜੇ ਇੱਕ ਉਸ ਟਾਈਮ ਦੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀਗੇ ਨੰਦਗੜ੍ਹ ਸਾਹਿਬ, ਬਲਵੰਤ ਸਿੰਘ ਨੰਦਗੜ੍ਹ, ਉਹਨਾਂ ਨੇ ਜ਼ਰੂਰ ਬੰਦੇ ਕੁਝ ਭੇਜੇ ਸੀ, ਠੀਕ ਹੈ ਨਾ, ਅਦਰਵਾਈਜ਼ ਬੰਦੇ ਹੋਰ ਕਿਸੇ ਦੇ ਨਹੀਂ ਆਏ। ਕੁਝ ਉਹਨਾਂ ਨੇ ਫੋਨ ਕਰਕੇ ਜਿਹੜੀ ਸਭ ਤੋਂ ਜ਼ਿਆਦਾ ਲੋੜ ਸੀ, ਕਿਉਂਕਿ ਮਾਈਕ ਤੌਰ ਤੇ ਤਾਂ ਮੇਰਾ ਖਿਆਲ ਆ ਵੀ ਇਹ ਜਿਹੜੇ ਵਕੀਲ ਸੀਗੇ ਤੁਹਾਡੇ ਕੇਸ ਦੇ ਵਿੱਚ ਉਹ ਫ੍ਰੀ ਸੇਵਾਵਾਂ ਦੇ ਰਹੇ ਸੀ। ਬਿਲਕੁਲ, ਇਹਦੇ 'ਚ ਕੋਈ ਕਿਹੜੇ ਵਕੀਲ ਹੁਣ ਤੱਕ ਇਸ ਕੇਸ 'ਚ ਇਨਵੋਲਵ ਰਹੇ ਨੇ? ਇਹ ਸਰਤੇਜ ਸਿੰਘ ਨਰੂਲਾ, ਔਰ ਉਹ ਜਿਹੜੇ ਉਹਨਾਂ ਨੇ ਜੋ ਵੀ ਮੇਰੇ ਤੋਂ ਬਹੁਤ ਘੱਟ ਪੈਸੇ ਲੈ ਕੇ ਉਹਨਾਂ ਨੇ ਕੀਤਾ,
ਔਰ ਨਵਕਿਰਨ ਸਿੰਘ ਹੀਰੋ ਆ ਜੀ ਮੇਰੀ ਨਜ਼ਰ 'ਚ ਇਸ ਵਕਾਲਤ ਦੇ ਰੂਪ ਵਿੱਚ ਵੈਸੇ ਵੇਖਿਆ ਜਾਏ ਤਾਂ, ਕਿਉਂਕਿ ਉਹਨਾਂ ਨੇ ਇੱਕ ਪੈਸਾ ਨਹੀਂ ਮੇਰੇ ਤੋਂ ਲਿੱਤਾ ਔਰ ਈਵਨ ਕਾਗਜ਼ ਦਾ ਖਰਚਾ ਵੀ ਨਹੀਂ ਲਿੱਤਾ ਮੇਰੇ ਤੋਂ ਵੀ ਗੁਰਦਾਸ ਹੈ ਜਿਹੜੇ ਕਾਗਜ਼ ਦੇ ਖਰਚੇ ਨਹੀਂ, ਚੱਲ ਉਹਨੂੰ ਵਕੀਲ ਮੁਨਸ਼ੀ ਨੂੰ ਦੇ ਦੀ, ਇਹ ਵੀ ਨਹੀਂ ਕੀਤਾ। ਜੇਕਰ ਮੈਨੂੰ ਕੋਈ ਹੋਰ ਵੀ ਮੰਨ ਲਓ ਕੋਈ ਦਿੱਕਤ ਆਈ ਤਾਂ ਉਹਨਾਂ ਨੇ ਕਿਹਾ ਕਿ ਗੁਰਦਾਸ ਚੱਲ ਠੀਕ ਹੈ ਆਪਾਂ ਇਸ ਤਰੀਕੇ ਨਾਲ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਹ ਚੀਜ਼ ਬੜਾ ਮਾਇਨੇ ਰੱਖਦੀ ਹੈ ਅੱਜ ਦੀ ਦਿਹਾੜੀ, ਉਦੋਂ ਤਾਂ ਮਾਇਨੇ ਰੱਖਦੀ ਸੀ। ਕੇਸ ਕਿੱਥੇ ਖੜਾ ਅੱਜ ਦੀ ਡੇਟ ਦੇ ਵਿੱਚ? ਜੇਕਰ ਮੇਰੀਆਂ ਆਪਣੀਆਂ ਐਪਲੀਕੇਸ਼ਨ ਉਹ 25 ਅਕਤੂਬਰ ਜਿਹੜੀ ਹੈਗੀ ਇਹ ਆਉਣ ਵਾਲੀ ਆ, ਉਦੋਂ ਚਲਾਨ ਪੇਸ਼ ਹੋਣਾ ਜੀ। ਅਸੀਂ ਆਲਰੇਡੀ ਕੇਸ ਇਹ ਜਿੱਤ ਗਏ ਇੱਕ ਵਾਰੀ, ਕਿਉਂਕਿ CBI ਨੇ ਦੀ ਜਾਂਚ ਜਿਹੜੀ ਸੀਗੀ ਉਹ ਸਾਡੀ ਮੰਗ ਸੀ ਪਹਿਲੀ, ਉਹ ਹਾਈ ਕੋਰਟ ਨੇ ਐਕਸੈਪਟ ਕਰਕੇ CBI ਜਾਂਚ ਦੀ ਮੰਗ ਕੀਤੀ, ਗੁਰਮੀਤ ਰਾਮਲੀਮ ਦੇ ਖਿਲਾਫ FIR ਦਰਜ ਕੀਤੀ। ਉਸ ਤੋਂ ਬਾਅਦ ਅਸੀਂ ਅੱਗੇ ਕਿਹੜੀਆਂ ਧਾਰਾਵਾਂ ਅੰਡਰ ਇਹਦੇ ਤੇ ਪਰਚਾ ਦਰਜ ਹੋਇਆ? ਇਹ ਕਾਫੀ ਧਾਰਾਵਾਂ ਨੇ, 326 ਹੈ ਜੀ, ਹੋਰ ਵੀ ਕਾਫੀ ਨੇ ਜੀ। ਤੇ ਇਹ ਜਿਹੜੀ ਕੀ ਨਾਂ ਲੈਂਦੇ ਨੇ, ਤੁਹਾਨੂੰ ਕੀ ਲੱਗਦਾ ਕਿੰਨੀ ਛੇਤੀ ਇਹ ਕੇਸ ਮੁਕੰਮਲ ਹੋ ਜਾਏਗਾ? 120B ਹੈ ਜੀ, 326, 417 ਤੇ 506 ਧਾਰਾਵਾਂ 'ਚ ਇਹ ਦਰਜ ਹੋਇਆ ਜੀ। ਔਰ ਇਹ ਕਹਿ ਨਹੀਂ ਸਕਦੇ ਕਿਉਂਕਿ ਇੰਨੇ ਹੀਨੀਅਸ ਕ੍ਰਾਈਮ ਵੀ ਤੁਹਾਨੂੰ ਲੱਗਦਾ ਸਿਰਫ 326 ਲਾਈ ਗਈ ਹੈ? ਨਹੀਂ, ਐਕਚੁਅਲੀ ਕੀ ਹੈ ਕਿ ਜਿਹੜਾ ਅੰਗਹੀਨ ਜਿਹੜਾ ਹੁੰਦਾ ਨਾ ਸ਼ਬਦ, ਕਿਉਂਕਿ ਅੰਗਹੀਨ ਕੀਤਾ, ਸੋ ਅੰਗਹੀਨ ਵਾਸਤੇ 326 ਲੱਗਦੀ ਆ। 326 ਨਾਲ ਜਿਹੜੀ ਹੋਰ ਮਾਨਸਿਕ ਤੇ ਉਹ 506 ਸਹਿ ਰਹੇ ਆ ਉਹ ਵੀ ਅਲੱਗ-ਅਲੱਗ ਲੱਗੀਆਂ ਨੇ। ਲੇਕਿਨ ਕੀ ਹੈ ਕਿ ਸਾਡੇ ਵਾਸਤੇ ਅਸੀਂ ਇਹਨੂੰ ਛੋਟੀ ਜਿਹੀ ਗੱਲ ਨਹੀਂ ਮੰਨਦੇ, ਸਾਡੇ ਵਾਸਤੇ ਇਹ ਕਰੋਨਾ ਵੀ ਬੜੀ ਵੱਡੀ ਸੀ ਗੱਲ ਕਿ ਘੱਟੋ ਘੱਟ ਸਟਾਰਟ ਤਾਂ ਹੋਏ। ਇਹਦੇ ਜੇਲ੍ਹ 'ਚ ਜਾਣ ਤੋਂ ਬਾਅਦ ਤੁਹਾਨੂੰ ਲੱਗਦਾ ਵੀ ਹੋਰ ਸਾਧੂ ਅੱਗੇ ਆਉਣਗੇ? ਬਿਲਕੁਲ ਆਉਣਗੇ ਜੀ, ਸਾਧੂ ਵੀ ਆਉਣਗੇ ਔਰ ਸਾਨੂੰ ਇਨਸਾਫ ਹੁਣ ਮਿਲਣ ਦਾ ਆਸ ਹੋਰ ਵੱਧ ਗਈ ਆ। ਔਰ ਮੈਂ ਇੱਕ ਨਾਮ ਲੈ ਕੇ ਪੁੱਛਾਂ ਵੀ ਇੱਕ ਥੋੜ੍ਹੇ ਦਿਨ ਪਹਿਲਾਂ ਹੀ, ਅੱਜ ਤੋਂ 2 ਦਿਨ ਪਹਿਲਾਂ ਬਾਬਾ ਬਲਜੀਤ ਸਿੰਘ ਦਾਦੂਵਾਲ ਹੋਣਾ ਦੀ ਵੀ ਇੱਕ ਵੀਡੀਓ ਆਈ ਜਿਸ 'ਚ ਉਹਨਾਂ ਨੇ ਕਿਹਾ ਵੀ ਉਹ ਜਿਸ 'ਚ ਉਹਨਾਂ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਤੁਹਾਡੀ ਬੜੀ ਮਦਦ ਕੀਤੀ ਹੈ। ਮਦਦ ਹਰ ਪਾਸੋਂ ਕੀਤੀ ਹੈ ਜੀ, ਮੇਰੇ ਨਾਲ ਹੀ ਰਹੇ ਨੇ, ਮੇਰੇ ਤਰੀਕਾਂ ਵੀ ਭੁਗਤਦੇ ਰਹੇ ਨੇ ਮੇਰੇ ਨਾਲ ਜਾ ਕੇ, ਇਹ ਸਾਰੀਆਂ ਵੀਡੀਓ 'ਚ ਸ਼ਾਮਲ ਆ ਜੀ, ਇਹ ਤੁਸੀਂ ਵੇਖ ਸਕਦੇ ਹੋ। ਤੁਹਾਡੇ ਮੈਂ ਬੜਾ ਹੈਰਾਨ ਹੁੰਨਾ ਕਿ ਕੋਈ ਵੀ ਮੰਨ ਲਓ ਕੋਈ ਕਾਮਯਾਬ ਕਿਸੇ ਤਰੀਕੇ ਨਾਲ ਹੋ ਜੇ ਤੇ ਉਦੋਂ ਇਹ ਇੱਦਾਂ ਦੇ ਦਾਅਵੇ ਕਰਨਾ ਕਿ ਮੈਂ ਇਹਨਾਂ ਦੀ ਹੈਲਪ ਕੀਤੀ। ਸੋ ਮੈਨੂੰ ਬੜਾ ਹਾਸਾ ਕਿਸੇ ਵੀ ਤਰੀਕੇ, ਕਿਉਂਕਿ 2007 ਵਾਲਾ ਜਿਹੜਾ ਦੇਖੋ ਮੈਂ ਕਿਸੇ ਵੀ ਤਰੀਕੇ ਦੀ ਗੱਲ ਕਰੀਏ, ਸ਼ੁਰੂਆਤ ਤੋਂ ਜੇਕਰ ਤੁਸੀਂ ਪੁੱਛਦੇ ਹੋ, ਸ਼ੁਰੂਆਤ ਤੋਂ ਅਸੀਂ ਇਹਨਾਂ ਕੋਲ ਗਏ ਕਿ ਸਿਕਿਉਰਿਟੀ ਸਭ ਤੋਂ ਪਹਿਲੇ ਸਾਡੀ ਜ਼ਰੂਰੀ ਸੀਗੀ, ਕਿਉਂਕਿ ਉਹਨਾਂ ਕੋਲ ਵੱਡੀ ਫੌਜ ਹੁੰਦੀ ਹੈ, ਆਪਣੇ ਨਾਲ 15-15 20 ਰਿਵਾਲਵਰਾਂ ਵਾਲੇ ਜਿਹੜੇ ਉਹ ਨਾਲ ਰੱਖੇ ਹੁੰਦੇ ਨੇ, ਚੇਲੇ ਕਹਿ ਲਓ ਜਾਂ ਕਿਸੇ ਵੀ ਤਰੀਕੇ ਨਾਲ ਉਹਨਾਂ ਦੇ ਨਾਲ ਜੁੜੇ ਹੁੰਦੇ ਨੇ, ਉਹਨਾਂ ਦੇ ਜਥੇ ਦੇ ਮੈਂਬਰ ਕਹਿ ਲਓ। ਅਸੀਂ ਇਹ ਕੀਤਾ, ਉਹਨਾਂ ਨੇ ਬੜਾ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਸਿਕਿਉਰਿਟੀ ਦੀ ਲੋੜ ਤਾਂ ਤੁਹਾਨੂੰ ਸੀ। ਧੰਨਵਾਦ ਬਲਜੀਤ ਸਿੰਘ ਜੀ ਦਾ ਕਰਦਾ, ਦਾਦੂਵਾਲ ਜੀ ਦਾ, ਕਿ ਉਹਨਾਂ ਨੇ ਉਸ ਟਾਈਮ ਸਾਨੂੰ ਘੱਟੋ ਘੱਟ ਆਸ਼ਵਾਸਨ ਤਾਂ ਦਿੱਤਾ, ਭਰੋਸਾ ਦਿੱਤਾ ਔਰ ਉਹਨਾਂ ਨੇ ਭਰੋਸਾ ਦੇਣ ਤੋਂ ਬਾਅਦ ਤੁਰੇ ਵੀ ਕੀ ਤੁਰੇ ਕਿ ਅਸੀਂ ਤੁਰ ਪਏ, ਉਹ ਖੜੇ ਰਹੇ। ਫਰਕ ਇੰਨਾ ਹੈ ਜੀ, ਬਸ ਆਸ਼ਵਾਸਨ ਦਿੱਤਾ ਔਰ ਉਦੋਂ ਬਾਅਦ ਕਿਹਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ, ਤੁਹਾਡੇ ਨਾਲ ਖੜੇ ਹਾਂ। ਪਰ ਮੇਰੇ ਤੇ ਕਿਡਨੈਪ ਦਾ ਕੇਸ ਪਿਆ, ਅਸੀਂ ਕਾਲ ਕੀਤੀ ਉਹਨਾਂ ਨੂੰ ਕਿ ਕੁਝ ਬੰਦੇ ਭੇਜੋ ਤਾਂ ਕਿ ਉਹ ਡੇਰੇ ਵਾਲਿਆਂ ਦੇ ਬਹੁਤ ਵੱਡਾ ਇਕੱਠ ਥਾਣੇ ਅੱਗੇ ਖੜਾ ਸੀ ਮੇਰੇ ਵਾਸਤੇ, ਸੋ ਉਦੋਂ ਨਹੀਂ ਆਏ। ਉਦੋਂ ਬਾਅਦ ਜਿੱਥੇ ਜ਼ਰੂਰਤ ਪਈ ਪਤਾ ਨਹੀਂ ਕਿਉਂ ਨਹੀਂ ਆਏ। ਕੋਈ ਤੁਹਾਡੀ ਨਿਗਾਹ ਦੇ ਵਿੱਚ ਕੋਈ ਵੱਡਾ ਸਿੱਖ ਲੀਡਰ, ਕੋਈ ਸਿੱਖ ਸੰਸਥਾ ਇਸ ਗੱਲ ਦੀ ਹੱਕਦਾਰ ਹੈ ਕਿ ਉਹਨੇ ਇਸ ਵਿਸ਼ੇ ਤੇ ਕੰਮ ਕੀਤਾ? ਨਹੀਂ, ਕੰਮ ਇਹ ਕਹਿਣ ਦੀ ਹੱਕਦਾਰ ਹੈ। ਉਹ ਉਹਨਾਂ ਨੇ ਜੋ ਕੀਤਾ ਉਹਦੇ ਬਾਰੇ ਮੈਂ ਨਹੀਂ ਕਹਿ ਸਕਦਾ। ਉਹਨਾਂ ਨੇ ਨਹੀਂ, ਕਾਨੂੰਨੀ ਤੌਰ ਤੇ ਮੈਂ ਦੇਖ ਰਿਹਾ, ਉਹਨਾਂ ਨੇ ਕੀ ਕੀਤਾ ਮੈਂ ਨਹੀਂ ਕਹਿ ਸਕਦਾ, ਲੇਕਿਨ ਉਹਨਾਂ ਨੇ ਮੇਰੀ ਹੈਲਪ ਕੀਤੀ ਇਸ ਕੰਮ ਵਿੱਚ। ਵਾਅਦਾ ਕਰਨਾ ਵੱਖਰੀ ਗੱਲ ਆ, ਲੇਕਿਨ ਉਹਨੂੰ ਕਿੰਨਾ ਕੁ ਨਿਭਾਇਆ ਇਹ ਵੱਖਰੀ ਗੱਲ ਆ ਜੀ। ਸੋ ਮੇਰੀ ਹੈਲਪ ਕੀਤੀ, ਮੈਂ ਉਹਦੇ ਬਾਰੇ ਕਹਿ ਸਕਦਾ ਕਿ ਮੇਰੀ ਹੈਲਪ ਕਿਸੇ ਤਰੀਕੇ ਦੀ ਨਹੀਂ ਕੀਤੀ। ਹਾਂ, ਵਾਅਦੇ ਜ਼ਰੂਰ ਕੀਤੇ, ਦਲੇਰੀ ਦਿੱਤੀ, ਸ਼ਾਇਦ ਮੈਂ ਉਹਦਾ ਵੀ ਜਿੰਨਾ ਕੋਲ ਦਲੇਰੀ ਦਿੱਤੀ ਮੈਂ ਉਹਦਾ ਵੀ ਧੰਨਵਾਦ ਕਰਦਾ ਜੀ ਉਹਨਾਂ ਦਾ। 25 ਅਕਤੂਬਰ ਨੂੰ ਇਸ ਕੇਸ ਦੀ ਤਰੀਕ ਦੌਰਾਨ ਬਹਿਸ ਹੋਣੀ ਹੈ ਜੀ, ਕੀ ਉਮੀਦ ਲੱਗਦੀ ਹੈ ਵੀ ਇਹ ਕੇਸ ਕਦੋਂ ਤੱਕ ਵਾਈਂਡ ਅਪ ਹੋ ਜਾਏਗਾ? ਇਹ 'ਤੇ ਫੈਸਲਾ ਕਦੋਂ ਤੱਕ ਆ ਜਾਏਗਾ? ਇਹ ਫੈਸਲਾ ਜੀ 25 ਅਕਤੂਬਰ ਨੂੰ ਇਸ ਕੇਸ ਦੀ ਬਹਿਸ ਨਹੀਂ ਹੋਣੀ, ਇਹਦਾ ਚਲਾਨ ਪੇਸ਼ ਹੋਣਾ ਜੀ। ਚਲਾਨ ਪੇਸ਼ ਹੋਣਾ, ਹਾਲੇ ਚਲਾਨ ਪੇਸ਼ ਹੋਣ ਤੋਂ ਬਾਅਦ ਫਿਰ ਨਵੇਂ ਸਿਰੇ ਤੋਂ ਗ੍ਰਿਫਤਾਰੀਆਂ ਹੋਣਗੀਆਂ ਜੀ। ਜਿਹੜਾ ਜਿਨ੍ਹਾਂ ਨੇ ਇਹਦੇ ਵਿੱਚ ਰੋਲ ਅਦਾ ਕੀਤਾ, ਕਿ ਤੁਸੀਂ ਕਿਹਨਾਂ ਨੂੰ ਦੋਸ਼ੀ, ਜਿਹਨਾਂ ਡਾਕਟਰ ਆ ਜੀ ਔਰ ਗੁਰਮੀਤ ਰਾਮ ਰੀਮਾ, ਇਹ ਪਰਮਾਨੈਂਟ ਡਾਕਟਰ ਨੇ ਇਹਦੇ ਡੇਰੇ ਦੇ ਅੰਦਰ ਰਹਿਣ ਵਾਲੇ, ਕੀ ਨਾਮ ਨੇ ਇਹਨਾਂ ਦੇ? ਇਹ ਡਾਕਟਰ MP ਸਿੰਘ ਤੇ ਪੰਕਜ ਗਰਗ ਆ। ਪੰਕਜ ਗਰਗ ਬਾਹਰ ਆ ਗਿਆ, ਡਾਕਟਰ MP ਸਿੰਘ ਹਜੇ ਵੀ ਡੇਰੇ 'ਚ ਨੇ ਜੀ, ਹਲੇ ਵੀ ਡੇਰੇ 'ਚ। ਹਾਂਜੀ, ਇਸ ਤੋਂ ਇਲਾਵਾ ਜਿਹੜੇ ਡੇਰੇ ਦੇ ਅੰਦਰ ਰਹਿਣ ਵਾਲੇ ਕਿਸੇ ਸਟਾਫ ਤੇ ਤੁਸੀਂ ਜਿਹਨਾਂ ਦੇ ਨਾਮ ਦਿੱਤੇ ਹੋਰ ਵੀ ਦਿੱਤੇ ਨੇ, ਪਰ ਮੈਂ ਹੁਣ ਜਨ ਤੱਕ ਨਹੀਂ ਕਰ ਸਕਦਾ ਜਦ ਤੱਕ CBI ਆਪਣੀ ਇਨਵੈਸਟੀਗੇਸ਼ਨ 'ਚ ਨਾ ਦੱਸੇ।
ਇਸ ਤੋਂ ਅੱਗੇ ਇਸ ਲੜਾਈ ਤੋਂ ਬਾਅਦ ਅਸੀਂ ਜਿੱਥੇ ਇਸ ਕੇਸ ਨੂੰ ਲੜਨ ਵਾਲੀਆਂ ਸਾਧਵੀਆਂ ਨੂੰ ਜਾਂ ਹਰ ਉਹ ਸ਼ਖਸ ਜਿਹਨੇ ਇਹਦੇ ਖਿਲਾਫ ਆਵਾਜ਼ ਚੱਕੀ ਔਰ ਉਹਦੇ ਬਦਲੇ ਕੋਈ ਨਾ ਕੋਈ ਖਮਿਆਜਾ ਭੁਗਤਿਆ, ਅਸੀਂ ਉਹਨਾਂ ਸਾਰਿਆਂ ਨੂੰ ਸਲਾਮ ਕਰਦੇ ਹਾਂ, ਇਨਕਲੂਡਿੰਗ ਸਰਦਾਰ ਗੁਰਦਾਸ ਸਿੰਘ ਤੂਰ ਸਾਹਿਬ ਨੂੰ। ਔਰ ਤੁਸੀਂ ਕੀ ਉਮੀਦ ਕਰਦੇ ਹੋ ਹੁਣ ਇਸ ਤੋਂ ਅੱਗੇ? ਕਿਉਂਕਿ ਪਹਿਲਾਂ ਸ਼ਾਇਦ ਕਈ ਡਰ ਕਰਕੇ ਵੀ ਚੁੱਪ ਸੀ, ਤਾਂ ਉਹ ਡਰ ਦਾ ਜਿਹੜਾ ਲੈਵਲ ਆ ਹੁਣ ਬਹੁਤ ਘਟਿਆ। ਭਾਰਤੀ ਮੀਡੀਆ ਨੇ ਵੀ ਇਹਦਾ ਨਾਮ ਜਿਹੜਾ ਗੁਰਮੀਤ ਰਾਮ ਰਹੀਮ ਤੋਂ ਹੁਣ ਬਲਾਤਕਾਰੀ ਬਾਬਾ, ਇੱਕ ਸਮਾਜਿਕ ਮਾਹੌਲ ਇਹਦੇ ਖਿਲਾਫ ਬਣ ਚੁੱਕਾ। ਹੁਣ ਕੀ ਉਮੀਦ ਕਰਦੇ ਹੋ ਅੱਗੇ ਜਾ ਕੇ ਜਿਨ੍ਹਾਂ ਦੇ ਫਰਜ਼ ਬਣਦੇ ਨੇ? ਹਾਲਾਂਕਿ ਇਕੱਲਾ ਸਿੱਖਾਂ ਦਾ ਫਰਜ਼ ਨਹੀਂ ਬਣਦਾ, ਪਰ ਫਿਰ ਵੀ ਕਿਉਂਕਿ ਇਹ ਲੜਾਈ ਕੌਮ ਨੇ ਆਰੰਭੀ ਸੀ, ਪਿੱਛੇ ਕਾਰਨ ਕੀ ਰਹੇ ਉਹ ਇੱਕ ਅਲੱਗ ਗੱਲ ਆ। ਹਾਲਾਂਕਿ ਉਹ ਕੇਸ ਵੀ ਜਿਹੜਾ ਅਸਲ ਕੇਸ ਸੀ ਜਿਹਦੀ ਪੈਰਵਾਈ ਕੌਮ ਨੇ ਕਰਨੀ ਸੀ, ਉਹ ਕਿਸੇ ਪਾਸੇ ਲੱਗ ਨਹੀਂ ਸਕਿਆ, ਜਿਹੜਾ 2007 ਵਾਲਾ ਕੇਸ ਸੀ। ਘੱਟੋ ਘੱਟ ਇਸ ਕੇਸ ਦੇ ਵਿੱਚ ਤੁਸੀਂ ਅੱਗੇ ਜਾ ਕੇ ਸਿੱਖ ਕੌਮ ਤੋਂ, ਸਿੱਖ ਸੰਸਥਾਵਾਂ ਤੋਂ ਜਾਂ ਜਿਹੜੇ ਹੋਰ ਸਮਾਜ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਉਹਨਾਂ ਤੋਂ ਕੀ ਉਮੀਦ ਕਰਦੇ ਹੋ ਤੇ ਉਹ ਕਿੱਦਾਂ ਤੁਹਾਡੀ ਮਦਦ ਕਰ ਸਕਦੇ ਹੋ? ਮੇਰੀ ਇੱਕੋ ਇੱਕ ਤਰੀਕਾ ਹੈ ਮਦਦ ਕਰਨ 'ਚ ਕਿ ਗੁਰਮੀਤ ਰਾਮ ਰਹੀਮ ਦੁਆਰਾ ਇਹਦਾ ਡੇਰਾ ਜਾਂ ਕੋਈ ਵੀ ਇੱਦਾਂ ਦੇ ਜਿਹੜੇ ਪਖੰਡ ਨੇ ਉਹ ਦੁਆਰਾ ਅੱਗੇ ਨਾ ਵੱਧ ਸਕਣ। ਸੋ ਉਹਦਾ ਇੱਕੋ ਇੱਕ ਮੈਂ ਤਰੀਕਾ ਮੰਨਦਾ ਹਾਂ ਕਿ ਹਰ ਇੱਕ ਪ੍ਰੇਮੀ ਜਿਹੜਾ ਕਿ ਉੱਥੇ ਜਾਂਦਾ ਸੀ, ਸੋ ਉਹਨੂੰ ਘਰ ਵਾਪਸ ਲਿਆਉਣ 'ਚ ਜੇਕਰ ਉਹ ਮੁਹਿੰਮ ਛੇੜਨ, ਉਹਨਾਂ ਨੂੰ ਚੌਂਕਾਂ 'ਚ ਖੜ੍ਹ ਕੇ ਉਹਨਾਂ ਦੇ ਬਾਰੇ ਮਜ਼ਾਕ ਨਾ ਕੀਤਾ ਜਾਵੇ ਔਰ ਉਹਨਾਂ ਨੂੰ ਇਹ ਕਿਹਾ ਜਾਵੇ ਕਿ ਹਾਂ ਉਹਨਾਂ ਨੂੰ ਵਾਪਸ, ਉਹਨਾਂ ਨੂੰ ਬੜੀ ਜ਼ਰੂਰਤ ਆ ਆਪਣੀ, ਉਹਨਾਂ ਨੂੰ ਗੱਲ ਲਾਉਣ ਦੀ ਲੋੜ ਹੈ, ਉਹਨਾਂ ਨੂੰ ਗੱਲ ਲਾਉਣ ਦੀ ਲੋੜ ਆ। ਉਹਨਾਂ ਨੂੰ ਆਪਣੇ 'ਚ ਦੁਬਾਰਾ ਸਾਂਭਣ ਲਈ, ਕਿਉਂਕਿ ਜਿਨ੍ਹਾਂ ਕਾਰਨਾਂ ਕਰਕੇ ਉਹ ਪੰਥ ਤੋਂ ਦੂਰ ਹੋ ਕੇ ਡੇਰੇ 'ਚ ਗਏ ਸੀ, ਉਹ ਕਾਰਨ ਤੇ ਅੱਜ ਹੈਗੇ ਨੇ। ਤੁਹਾਨੂੰ ਲੱਗਦਾ ਵੀ ਉਹ ਕਾਰਨ ਖਤਮ ਹੋ ਗਏ ਨੇ ਜਿਨ੍ਹਾਂ ਕਾਰਨਾਂ ਕਰਕੇ ਉਹਨਾਂ ਦਾ ਝੁਕਾਅ ਡੇਰੇ ਵੱਲ ਹੋਇਆ ਸੀ? ਤੇ ਅੱਜ ਕੀ ਕਾਬਲੀਅਤ ਹੈ ਸਾਡੇ ਪ੍ਰਚਾਰਕਾਂ ਕੋਲ, ਸਾਡੀ ਕੌਮ ਦੇ ਲੀਡਰਾਂ ਦੇ ਕੋਲ ਕਿ ਉਹ ਵਾਪਸ ਆ ਜਾਣ? ਕੀ ਦੇ ਕੇ ਵਾਪਸ ਆਉਣ? ਆਪਣੇ ਜਿਹੜੇ ਸਭ ਤੋਂ ਪਹਿਲੇ ਆਪਾਂ ਮੈਂ ਗੁਰੂ ਘਰ ਇਸ ਕਰਕੇ ਨਹੀਂ ਜਾਂਦਾ ਕਿ ਗੁਰੂ ਘਰ ਦਾ ਭਾਈ ਕਿੱਦਾਂ ਦਾ ਆ, ਮੈਂ ਗੁਰੂ ਘਰ ਇਸ ਕਰਕੇ ਜਾਂਦਾ ਕਿ ਮੇਰਾ ਗੁਰੂ ਜਿਹੜਾ ਮੈਨੂੰ ਸਿੱਖਿਆ ਦੇਣ ਵਾਲਾ ਆ ਉਹ ਅੱਵਲ ਆ। ਸੋ ਜਿਹਨੇ ਵੀ ਆਉਣਾ ਆ ਆਪਣੇ ਗੁਰੂ ਵਾਸਤੇ ਆਉਣਾ ਆ। ਨਹੀਂ, ਪਰ ਗੁਰੂ ਦੇ ਵਿਚਕਾਰ ਜਿਹੜੇ ਵਿਚੋਲੇ ਜਾਂ ਜਿਹੜੇ ਲੀਡਰ ਜਾਂ ਠੇਕੇਦਾਰ ਬੈਠੇ ਕੀ ਆ, ਪਰ ਜੇ ਉਹ ਠੇਕੇਦਾਰੀ ਲੱਤਾਂ ਮਾਰਨ ਵਾਲੇ ਹੋਣਗੇ, ਅਸੀਂ ਵਿਚੋਲਿਆਂ ਤੋਂ ਲੈਣਾ ਕੀ ਆ? ਅਸੀਂ ਵਿਚੋਲਿਆਂ ਤੋਂ ਲੈਣਾ ਕੀ ਆ? ਅਸੀਂ ਆਪਣੇ ਗੁਰੂ ਨਾਲ ਜੁੜਨਾ। ਜਿਹੜਾ ਸਿੱਖ ਆ ਉਹ ਆਪਣੇ ਗੁਰੂ ਨਾਲ ਜੁੜਨ ਵਾਸਤੇ ਉਹਨੂੰ ਅੱਗੇ ਆਉਣਾ ਚਾਹੀਦਾ ਹੈ। ਹਾਂ, ਜਿਹੜਾ ਵੀ ਉਹਨੂੰ ਗੁਰੂ ਨਾਲ ਜੋੜਦਾ ਉਹ ਸਜਦੇ ਕਰਨ ਦੇ ਕਾਬਲ ਆ ਜੀ। ਤੇ ਜੇ ਵਿੱਚ ਕੋਈ ਠੇਕੇਦਾਰ ਅੱਜ ਵੀ ਉਹਨਾਂ ਕਾਰਨਾਂ ਨੂੰ ਦੁਬਾਰਾ ਖੜਾ ਕਰਕੇ ਉਹਨਾਂ ਨੂੰ ਫਿਰ ਤੋੜਨ ਵਾਲੇ ਪਾਸੇ ਤੁਰਦਾ, ਜਿਹੜਾ ਮੈਂ ਉਹ ਕਹਾਂ ਵੀ ਜਿਹੜਾ ਇੱਕ ਸਾਡੇ ਸੋਸ਼ਲ ਸਟਰਕਚਰ ਦੇ ਵਿੱਚ, ਕਿਉਂਕਿ ਬਹੁਤੀ ਗਿਣਤੀ ਜੇ ਇਹ ਦੇਖਿਆ ਜਾਵੇ ਤਾਂ ਉਹ ਇੱਕ ਗਰੀਬ ਪਛੜਿਆ ਜਾਂ ਜਿਹਨੂੰ ਅਸੀਂ ਦਲਿਤ ਸਮਾਜ ਕਹਿ ਦਿੰਦੇ, ਹਾਲਾਂਕਿ ਗੁਰਬਾਣੀ ਦੇ ਐਂਗਲ ਨਾਲ ਇਹੋ ਜਿਹਾ ਕੋਈ ਵਖਰੇਵਾਂ ਸਮਾਜ 'ਚ ਨਹੀਂ ਹੈ, ਤਾਂ ਉਹ ਜਿਹੜਾ ਇੱਧਰੋਂ ਟੁੱਟਿਆ ਸੀ, ਤੁਹਾਨੂੰ ਲੱਗਦਾ ਵੀ ਉਹ ਕਾਰਨ ਅੱਜ ਖਤਮ ਹੋ ਗਏ ਨੇ? ਕੀ ਅਸੀਂ ਉਹ ਸਤਿਕਾਰ ਦੇ ਪਾਵਾਂਗੇ ਉਹਨਾਂ ਨੂੰ? ਨਹੀਂ, ਮੈਂ ਤਾਂ ਬੇਨਤੀ ਜਾਂ ਕੀ ਸੁਧਾਰ ਕਰਨ ਦੀ ਲੋੜ ਹੈ? ਐਡੇ ਵੱਡੇ ਜਿਹੜੀ ਲੋਕ ਟੁੱਟੇ ਹੋਏ ਨੇ, ਐਡੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਦੁਬਾਰਾ ਆਪਣੇ ਕਲਾਵੇ 'ਚ ਲੈਣ ਲਈ ਸਾਨੂੰ ਕੀ ਸੁਧਾਰ ਕਰਨ ਦੀ ਲੋੜ ਹੈ? ਮੈਂ ਤਾਂ ਸਿਰਫ ਬੇਨਤੀ ਕਰ ਸਕਦਾ ਕਿ ਅਸੀਂ ਇਸ ਤਰੀਕੇ ਦਾ ਮਾਹੌਲ ਬਣਾਈਏ ਕਿ ਸਾਨੂੰ ਜਿਹੜੇ ਗੁਰੂ ਸਾਹਿਬਾਨ ਨੇ ਸਾਨੂੰ ਪਹਿਲੀ ਪਾਤਸ਼ਾਹੀ ਨੇ ਜਿਹੜਾ ਦਿੱਤਾ ਸੀ ਕਿ ਕਿਸੇ ਨਾਲ ਵਖਰੇਵਾਂ ਕਿਸੇ ਤਰੀਕੇ ਦਾ ਨਹੀਂ। ਅਸੀਂ ਜੇਕਰ ਅੰਮ੍ਰਿਤਸਰ ਜਾਈਏ ਤਾਂ ਚਾਰੋਂ ਦਰਵਾਜ਼ੇ ਖੁੱਲ੍ਹੇ ਨੇ, ਜੇ ਅਸੀਂ ਉਹ ਕਿਸੇ ਗੱਲ ਪਿੱਛੇ ਖੁੱਲ੍ਹੇ ਨੇ, ਸੋ ਉਹਦੇ ਵਾਸਤੇ ਸਾਨੂੰ ਅੱਗੇ ਆਉਣਾ ਚਾਹੀਦਾ। ਜਿੰਨੇ ਕੋਈ ਵੀ ਆਪਣੇ ਆਪ ਨੂੰ ਪ੍ਰਚਾਰਕ ਜਿਹੜੇ ਹੈਗੇ ਨੇ, ਸੋ ਉਹਨਾਂ ਅੱਗੇ ਮੇਰੀ ਬੇਨਤੀ ਆ ਕਿ ਅੱਜ ਉਹਨਾਂ ਨੂੰ ਜਾਗਣ ਦੀ ਲੋੜ ਆ। ਉਹ ਸਭ ਵਾਪਸ ਲੈ ਕੇ ਆਉਣ ਜੋ ਉਹਨਾਂ ਨੇ ਕਦੀ ਗਵਾ ਲਿਆ ਸੀ ਜਾਂ ਉਹਨਾਂ ਕਰਕੇ ਚਲਾ ਗਿਆ ਸੀ। ਅੱਜ ਬੜਾ ਸੋਹਣਾ ਮੌਕਾ ਆ ਜੀ ਉਹਨਾਂ ਕੋਲ। ਤੁਹਾਡਾ ਸਟੂਡੀਓ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ। ਅਸੀਂ ਉਮੀਦ ਕਰਦੇ ਹਾਂ ਕਿ ਸੰਗਤ ਅੱਜ ਦੀ ਡੇਟ ਦੇ ਵਿੱਚ ਜਿਹੜੀ ਮੀਡੀਆ ਦੇ ਵਿੱਚ ਬੈਠੇ ਸਾਹਮਣੇ ਕੈਮਰੇ ਦੇ ਆ ਕੇ ਲੋਕ ਬੋਲ ਰਹੇ ਨੇ ਔਰ ਆਪਣੀ ਪਿੱਠ ਆਪੇ ਥਾਪੜ ਰਹੇ ਨੇ, ਇਸ ਪੂਰੇ ਇੰਸੀਡੈਂਸ ਦੇ ਵਿੱਚ ਅਸਲ ਕਿਹੜੇ ਲੋਕ ਨੇ ਜਿਨ੍ਹਾਂ ਨੇ ਕੁਰਬਾਨੀਆਂ ਕਰਕੇ ਆਪਣੇ ਆਪ ਤੇ ਤਸ਼ੱਦਦ ਸਹਿ ਕੇ ਇਸ ਲੜਾਈ ਨੂੰ ਲੜਿਆ, ਅਸੀਂ ਕੋਸ਼ਿਸ਼ ਕੀਤੀ ਤੁਹਾਨੂੰ ਉਹਨਾਂ ਲੋਕਾਂ ਨਾਲ ਵਾਰੀ-ਵਾਰੀ ਜਾਣੂ ਕਰਾ ਸਕੀਏ। ਇਸ ਤੋਂ ਇਲਾਵਾ ਹੰਸਰਾਜ ਜੀ ਜਿਹੜੇ ਖੁਦ ਵਿਕਟਮ ਨੇ ਇਸ ਕਾਸਟੇਸ਼ਨ ਦੇ ਕੇਸ ਦੇ, ਤੇ ਹੋਰ ਜਿਹੜੇ ਲੋਕ ਇਸ ਚੀਜ਼ ਦੇ ਨਾਲ ਜੁੜੇ ਰਹੇ ਨੇ ਇਹਨਾਂ ਕੇਸਾਂ ਦੇ ਨਾਲ, ਅਸੀਂ ਹੌਲੀ-ਹੌਲੀ ਸਭ ਨਾਲ ਤੁਹਾਨੂੰ ਮਿਲਾਵਾਂਗੇ। ਸਟੂਡੀਓ ਆਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਔਰ ਪੰਥ ਵੱਲੋਂ ਔਰ ਚੈਨਲ ਵੱਲੋਂ ਵੀ ਅਸੀਂ ਭਰੋਸਾ ਦਿਵਾਉਂਦੇ ਹਾਂ ਕਿ ਜਿੱਥੇ ਕਿਤੇ ਤੁਹਾਡੀ ਆਵਾਜ਼ ਨੂੰ ਦੁਬਾਰਾ ਸੰਗਤ ਤੱਕ ਪਹੁੰਚਾਉਣ ਦੀ ਲੋੜ ਹੋਵੇ ਅਸੀਂ ਹਾਜ਼ਰ ਹੋ ਸਕੀਏ। ਤੁਹਾਡਾ ਸਟੂਡੀਓ ਆਉਣ ਲਈ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਫਿਰ ਅਗਲੇ ਹਫ਼ਤੇ ਇੱਕ ਨਵੀਂ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਾਵਾਂਗੇ ਔਰ ਉਸ ਹਫ਼ਤੇ ਦੇ ਵਿੱਚ ਚੱਲ ਰਹੇ ਪੰਜਾਬ ਤੇ ਪੰਥ ਨਾਲ ਜੁੜੇ ਹੋਏ ਮੁੱਦਿਆਂ ਨੂੰ ਵਿਚਾਰਾਂਗੇ ਔਰ ਆਪਣਾ ਫੀਡਬੈਕ ਭੇਜਦੇ ਰਹੋ। ਤੁਹਾਡਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਹਣੇ ਹਾਲ